ਅੱਜ ਅਸੀਂ ਕਰਾਂਗੇ बोली। ठीक है, साहित्य माला बुक दे विचों दी है चैप्टर बोली। लिखा किसने है? गुरबख्श सिंह ने। क्लियर है? तो ओपन योर बुक पेज नंबर 81, पेज नंबर 81। ठीक है, लेट्स स्टार्ट। ਹੁਣ ਇਹਦੇ ਵਿੱਚ ਬੋਲੀ ਬਾਰੇ ਉਸਨੇ ਗੁਰਬਖਸ਼ ਸਿੰਘ ਨੇ ਦੱਸਿਆ ਹੈ। ਠੀਕ ਹੈ, ਕਿ ਜੇ ਸਾਡੀ ਬੋਲੀ ਜਿਹੜੀ ਹੈ, ਸਾਨੂੰ ਬੋਲੀ ਦੇ ਨਾਲ ਸਾਨੂੰ ਜਿਹੜੀ ਆਪਣੀ ਮਾਤ ਭਾਸ਼ਾ ਹੈ ਉਸ ਨਾਲ ਬਹੁਤ ਜ਼ਿਆਦਾ ਪਿਆਰ ਹੋਣਾ ਚਾਹੀਦਾ ਹੈ। ਸੈਕੰਡਲੀ ਕਿ ਜਿਹੜੀ ਵਿਅਕਤੀ ਦੀ ਬੋਲੀ ਹੁੰਦੀ ਹੈ ਉਹਦਾ ਮਤਲਬ ਉਹਦੇ ਆਚਰਣ ਤੇ ਕੀ ਪ੍ਰਭਾਵ ਪੈਂਦਾ ਹੈ। ਜਿੱਦਾਂ ਹੀ ਤੁਹਾਡੀ ਬੋਲਚਾਲ ਹੋਏਗੀ ਉਦਾਂ ਦਾ ਹੀ ਤੁਹਾਡੀ ਪਰਸਨੈਲਿਟੀ ਜਿਹੜੀ ਹੈ ਉਹ ਡਿਵੈਲਪ ਹੋਏਗੀ। ਉਹ ਦੂਸਰੇ ਬੰਦੇ ਨੂੰ ਵੀ ਉਦਾਂ ਹੀ ਤੁਹਾਡੀ ਬੋਲੀ ਤੋਂ ਹੀ ਜਿਹੜਾ ਸਾਫ਼ ਹੈ ਉਹ ਵੀ ਪਤਾ ਲੱਗ ਜਾਏਗਾ ਕਿ ਤੁਸੀਂ ਤੁਹਾਡਾ ਵਿਅਕਤੀਤਵ, ਤੁਹਾਡੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੈ। ਠੀਕ ਹੈ, ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ, ਇਹਦੇ ਤੋਂ ਉਹਦੇ ਸਰੀਰ ਦਾ ਸੁਹੱਪਣ ਜਾਂ ਕੋਝ ਪਛਾਣਿਆ ਜਾਂਦਾ ਹੈ। ਮੂੰਹ ਕੀ ਹੈ? ਕਿਉਂਕਿ ਦੇਖੋ ਅੱਜ ਕੱਲ ਟ੍ਰੈਂਡ ਕੀ ਬਣਿਆ ਹੋਇਆ ਹੈ, ਜੇ ਜੋ ਮਤਲਬ ਕਿ ਸ਼ਕਲ ਤੋਂ ਸੋਹਣਾ ਉਹਨੂੰ ਆਪਾਂ ਸੋਹਣਾ ਕਹਿ ਦਿੰਦੇ ਹਾਂ, ਜੋ ਸ਼ਕਲ ਤੋਂ ਬਦਸੂਰਤ ਆ ਉਹਨੂੰ ਆਪਾਂ ਸੋਹਣਾ ਨਹੀਂ ਕਹਿੰਦੇ। ਠੀਕ ਹੈ, ਪਰ ਸਿਰਫ ਸ਼ਕਲ ਨੂੰ ਹੀ ਦੇਖਣਾ ਚੰਗੀ ਗੱਲ ਹੈ? ਨੋ, ਸ਼ਕਲ ਤੋਂ ਹੀ ਬੰਦੇ ਨੂੰ ਜੱਜ ਕਰ ਲੈਣਾ। ਹੁਣ ਇੱਕ ਬੰਦਾ ਬਹੁਤ ਜ਼ਿਆਦਾ ਸੋਹਣਾ ਆ, ਉਹਦੀ ਬੋਲੀ, ਉਹਦਾ ਵੇ ਆਫ ਟਾਕਿੰਗ ਬਿਲਕੁਲ ਅੱਛਾ ਨਹੀਂ ਹੈਗਾ, ਤੇ ਤੁਸੀਂ ਉਹਨੂੰ ਸੋਹਣਾ ਬੰਦਾ ਕਹੋਗੇ? ਕਦੀ ਨਹੀਂ ਕਹੋਗੇ। ਠੀਕ ਹੈ, ਹਮੇਸ਼ਾ ਬੰਦੇ ਦੇ ਬਾਹਰੀ ਜਿਹੜਾ ਹੈ ਸੁੰਦਰਤਾ ਉਹਨੂੰ ਦੇਖਣ ਦੀ ਬਜਾਏ ਜਿਹੜੀ ਉਹਦੀ ਇਨਰ ਬਿਊਟੀ ਹੈ ਉਸਨੂੰ ਦੇਖੋ, ਤੇ ਤੁਹਾਨੂੰ ਬੰਦੇ ਦੀ ਅਸਲੀ ਪਛਾਣ ਹੋਏਗੀ। ਠੀਕ ਹੈ, ਕੋਝ ਪਛਾਣਿਆ ਜਾਂਦਾ ਹੈ। ਕੋਝ ਹੁੰਦਾ ਬਦਸੂਰਤ, ਅਗਲੀ। ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ, ਇਹਦੇ ਤੋਂ ਉਹਦੀ ਆਤਮਾ ਦਾ ਵਧੀਆ ਘਟਿਆ ਹੋਣਾ ਦਿਸ ਪੈਂਦਾ ਹੈ। ਅਣਬੋਲਿਆ ਮਨੁੱਖ ਇਉਂ ਹੈ ਜਿਵੇਂ ਕੋਈ ਬੂਹੇ ਬੰਦ ਮਕਾਨ ਜਿਸ ਦੀਆਂ ਕੰਧਾਂ ਉੱਤੇ ਬਣਤਰ ਹੀ ਅਸੀਂ ਵੇਖਦੇ ਹਾਂ। ਬੋਲਿਆ ਜਿਉਂ ਕਿਸੇ ਨੇ ਬੂਹੇ ਖੋਲ ਕੇ ਸਾਨੂੰ ਅੰਦਰ ਝਾਤ ਪਵਾ ਦਿੱਤੀ ਹੈ। ਕਈ ਮਕਾਨਾਂ ਦਾ ਅੰਦਰ ਉਹਨਾਂ ਦੀ ਬਾਹਰਲੀ ਬਣਤਰ ਨਾਲੋਂ ਕਿੱਡਾ ਹੀ ਸੋਹਣਾ ਤੇ ਕਿੱਡਾ ਹੀ ਸੁੱਖ ਦੇਣ ਵਾਲਾ ਹੋਵੇ। ਕਿਸੇ ਸਹਿਜ ਭੁੱਖੇ ਸਿਆਣੇ ਨੇ ਸੋਹਣੇ ਮੂੰਹ ਵਾਲੇ ਰਾਹੀ ਨੂੰ ਵੇਖ ਕੇ ਆਖਿਆ ਸੀ, ਉਹ ਸੋਹਣਿਆ ਬੋਲ ਤਾਂ ਵੇਖਾਂ, ਅੰਦਰੋਂ ਤੂੰ ਐਡੋ ਵੀ ਸੋਹਣਾ ਹੋਵੇਗਾ। ਮਤਲਬ ਦੇਖੋ, ਕਹਿੰਦਾ ਹੈ ਕਿ ਕਈ ਵਾਰੀ ਆਪਾਂ ਜੱਜ ਕਰ ਲੈਂਦੇ ਹਾਂ। ਠੀਕ ਹੈ, ਅਸੀਂ ਬਾਹਰੀ ਸੁੰਦਰਤਾ ਨੂੰ ਜੱਜ ਕਰ ਲੈਂਦੇ ਹਾਂ ਤੇ ਅਸੀਂ ਸਿਰਫ ਇਹੀ ਦੇਖਦੇ ਹਾਂ ਕਿ ਉਹ ਵਾਲੇ ਬੰਦੇ ਨੂੰ ਬੜੇ ਐਟੀਕੇਟਸ ਹੋਣਗੇ, ਬੜੀਆਂ ਮੋਰਲ ਵੈਲਿਊਜ਼ ਹੋਣਗੀਆਂ। ਠੀਕ ਹੈ, ਪਰ ਕਈ ਵਾਰੀ ਹੁਣ ਉਹਨੇ ਐਗਜ਼ਾਮਪਲ ਦਿੱਤੀ ਹੈ, ਕਈ ਵਾਰੀ ਘਰ ਜਿਹੜੇ ਹਨ, ਜਿਸ ਤਰ੍ਹਾਂ ਆਪਾਂ ਘਰ ਦਾ ਪਿਆਰ ਪੜਿਆ ਸੀ। ਠੀਕ ਹੈ, ਕਿ ਘਰ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਬਾਹਰੋਂ ਦੀ, ਪਰ ਅੰਦਰੋਂ ਜਿਹੜੇ ਲੋਕੀ ਹਨ ਉਹ ਆਪਸ ਵਿੱਚ ਮਿਲ ਜੁਲ ਕੇ ਨਹੀਂ ਰਹਿੰਦੇ, ਤਾਂ ਉਹ ਘਰ ਆਪਾਂ ਉਹਨੂੰ ਕਦੀ ਵੀ ਘਰ ਨਹੀਂ ਕਵਾਂਗੇ। ਠੀਕ ਹੈ, ਅੰਨੇ ਆਮ ਤੌਰ ਉੱਤੇ ਸਿਆਣੇ ਤੇ ਦਿਲਚਸਪ ਹੁੰਦੇ ਨੇ। ਕਿਉਂ ਅੰਨੇ ਕਿਉਂ ਹੁੰਦੇ ਆ ਸਿਆਣੇ ਤੇ ਦਿਲਚਸਪ? ਕਿਉਂਕਿ ਕਈ ਵਾਰ ਤੁਸੀਂ ਦੇਖਿਆ ਕਿ ਜਿਹੜਾ ਬਲਾਈਂਡ ਪਰਸਨ ਹੁੰਦਾ ਹੈ, ਸਹਿਜ, ਓਕੇ, ਯੈਸ, ਸਹਿਜ, Good morning, ma'am. गुड मॉर्निंग। Ma'am, your voice is not clear. आवाज मेरी क्लियर नहीं आ रही? मैम अड़ के आ रही है थोड़ी। ओके ओके ओके, मैं चेक कर लेनी। हाँ ठीक है, ओके। श्रेयांक कह रहा है क्लियर है। मे बी सहज ਤੁਹਾਡੀ ਕੋਈ ਨੈਟਵਰਕ ਇਸ਼ੂ ਹੋਵੇ। ठीक है, ओके, कोई गल नहीं, मैं थोड़ा होर लाउड बोलदी हां। ठीक है, ਹੁਣ ਦੇਖੋ ਅੰਨੇ ਆਮ ਤੌਰ ਤੇ ਸਿਆਣੇ ਹੁੰਦੇ ਹਨ। ਸਿਆਣੇ ਕਿਉਂ? ਹੁਣ ਕੋਈ ਬਲਾਈਂਡ ਪਰਸਨ ਹੈ, ਤੁਸੀਂ ਦੇਖਿਆ ਹੋਏਗਾ ਕਿ ਉਹ ਆਪਣੇ ਮਨ ਦੀਆਂ ਨਜ਼ਰਾਂ ਦੇ ਨਾਲ ਦੇਖਦਾ ਹੈ। ਜੋ ਸਾਨੂੰ ਚੀਜ਼, ਸਾਨੂੰ ਸੁਜਾਖਿਆਂ ਨੂੰ, ਜਿਨ੍ਹਾਂ ਕੋਲ ਅੱਖਾਂ ਹਨ ਉਹਨਾਂ ਨੂੰ ਨਹੀਂ ਦਿਸਦੀਆਂ, ਉਹ ਅੰਨਿਆਂ ਨੂੰ ਵੀ ਦਿਸ ਜਾਂਦੀਆਂ ਹਨ। ਪਰ ਗੁੰਗਾ ਕੋਈ ਵਿਰਲਾ ਹੀ ਦਿਲਚਸਪੀ ਜਗਾਉਂਦਾ ਹੈ, ਕਿਉਂਕਿ ਬੋਲੀ ਤੋਂ ਹੀ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲਾ ਸਕਦੇ ਹਾਂ। ਹੁਣ ਇਹਨਾਂ ਨੇ ਕੰਪੈਰੀਜ਼ਨ ਕੀਤਾ ਇੱਕ ਅੰਨਾ ਤੇ ਇੱਕ ਗੂੰਗਾ ਪਰਸਨ। ਗੂੰਗਾ ਉਹ ਬੋਲ ਨਹੀਂ ਸਕਦਾ, ਇਸ ਲਈ ਅਸੀਂ ਉਹਦੀ ਪਰਸਨੈਲਿਟੀ ਨੂੰ ਜੱਜ ਨਹੀਂ ਕਰ ਸਕਦੇ। ਠੀਕ ਹੈ, ਜੇ ਉਹਦੇ ਅੰਦਰ ਬਹੁਤ ਕੁਝ ਹੈ, ਉਹਦੀ ਬੋਲੀ ਫੁੱਲਾਂ ਫਲਾਂ ਲੱਗੇ ਬਾਗਾਂ ਵਿੱਚੋਂ ਮਹਿਕਦੀ ਆਈ ਪਾਉਣ ਵਰਗੀ ਹੁੰਦੀ ਹੈ। ਸਰੋਤੇ ਉਹਨੂੰ ਪਿਆਰ ਦਿੰਦੇ ਹਨ, ਭਰੋਸਾ ਦਿੰਦੇ ਹਨ, ਕਈ ਵਾਰੀ ਜਿੰਦਾ ਵੀ ਹਾਜ਼ਰ ਕਰ ਦਿੰਦੇ ਨੇ। ਜਿਹਦੇ ਅੰਦਰ ਬਹੁਤ ਕੁਝ ਨਹੀਂ, ਉਹਦੀ ਬੋਲੀ ਰੜੇ ਰੇਗਿਸਤਾਨਾਂ ਵਿੱਚੋਂ ਰੁੱਖੀ ਤਪਦੀ ਆਈ ਪਾਉਣ ਵਰਗੀ ਹੈ। ਠੀਕ ਹੈ, ਮਤਲਬ ਜਿਹਦੇ ਅੰਦਰ ਦਾ ਬੋਲੀ ਹੈ, ਜਿਸਨੂੰ ਆਪਣੇ ਵਰਡਸ ਨੇ ਉਹ ਰੱਖਣੇ ਆਉਂਦੇ ਨੇ, ਪ੍ਰੈਜ਼ੈਂਟ ਕਰਨਾ ਆਉਂਦਾ ਹੈ ਸਭ ਕੁਝ, ਉਹਦੇ ਲਈ ਤਾਂ ਸਾਰੀ ਦੁਨੀਆ ਬਹੁਤ ਚੰਗੀ ਹੈ। ਪਰ ਜਿਹਨੂੰ ਬਿਲਕੁਲ ਹੀ ਆਪਣੇ ਬੋਲਾਂ ਨੂੰ ਅੱਗੇ ਕਿਸੇ ਦੇ ਅੱਗੇ ਪੇਸ਼ ਨਹੀਂ ਕਰਨਾ ਆਉਂਦਾ। ਠੀਕ ਹੈ, ਉਹਨੇ ਦੇਖੋ, ਹੁਣ ਕਈ ਬੱਚੇ ਨੇ ਤੁਹਾਡੀ ਕਲਾਸ ਵਿੱਚ, ਅਗਰ ਉਹਨਾਂ ਨੂੰ ਕੁਐਸਚਨ ਪੁੱਛਿਆ ਜਾਵੇ ਉਹ ਆਪਣੀ ਵਰਡਿੰਗ ਵਿੱਚ ਵੀ ਆਨਸਰ ਦੇਣਾ ਨਹੀਂ ਜਾਣਦੇ, ਪਰ ਕੁਝ ਬੱਚੇ ਉਹਨੂੰ ਬਿਲਕੁਲ ਇੱਕਦਮ ਪਰਫੈਕਟ ਆਨਸਰ ਦਿੰਦੇ ਨੇ। ਠੀਕ ਹੈ, ਟੀਚਰ ਚਲੋ ਪਰਫੈਕਟ ਆਨਸਰ ਨਹੀਂ ਦੇਣਾ, ਪਰ ਘੱਟੋ ਘੱਟ ਪਾਰਟਿਸਿਪੇਟ ਤਾਂ ਕਰੋ।
ठीक है, थोड़ा बहुता हिंट दे दिता। सेम इसे तरह ही ते जिन्हां अंदर कुछ रेगिस्तान ਜਿਹੜੇ ਹਨ ਜਿਹੜੇ ਜਿਨ੍ਹਾਂ ਅੰਦਰ ਕੁਛ ਨਹੀਂ ਹੈਗਾ ਉਹਨਾਂ ਨੂੰ ਬੋਲਣ ਦਾ ਹੀ ਨਹੀਂ ਪਤਾ, ਠੀਕ ਹੈ, ਤੇ ਉਹ ਏਦਾਂ ਨੇ ਕਿ ਜਿਸ ਤਰ੍ਹਾਂ ਰੇਗਿਸਤਾਨ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਜਿੱਥੇ ਬਹੁਤ ਉਹ ਸਰਦੀ ਰੇਤ ਹੁੰਦੀ ਹੈ, ਪਾਣੀ ਹੁੰਦਾ, ਉਹਨਾਂ ਦਾ ਜਿਹੜਾ ਅੰਦਰ ਹੁੰਦਾ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ। ਬੋਲੀ ਕਦੇ ਅਸਲੀ ਅਮੀਰੀ ਦਾ ਠੀਕ ਮੇਚਾ ਮੰਨੀ ਜਾਂਦੀ ਹੈ ਕਿ ਜ਼ਿੰਦਗੀ ਦੇ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ। हर एक लफ्ज किसी तजर्बे का हिस्सा ते हर एक तजर्बा किसी अकल का हिस्सा हुंदा है, ठीक है, ते अकल जिंदगी का असली सोना है जिहदी लिश्क तो बिरले सडोल नक्श भी दिलों विच कोई खिच नहीं पाउंदे। मतलब की है तुहाडी अमीरी कित्थों पछाण हुंदी है, तुहाडी भाषा तो, तुहाडी बोली तो, ते हर एक लफ्ज तुहाडे तजर्बे दा। हुण देखो तुसीं कई वारी सियाणियां नूं गल करदे होए देखिया होएगा, ਸਿਆਣੇ ਕਈ ਵਾਰੀ ਏਦਾਂ ਦੀ ਗੱਲ ਕਰ ਦਿੰਦੇ ਨੇ ਜਿਹੜੀ ਬਹੁਤ ਵਧੀਆ ਹੁੰਦੀ ਹੈ। ਉਹ ਕਹਾਵਤ ਸੁਣੀ ਨਾ ਕਿ ਸਿਆਣਿਆਂ ਦਾ ਖਾਦਾ, ਸਿਆਣਿਆਂ ਦੇ ਕਿਹਾ ਤੇ ਬਾਅਦ ਵਿੱਚ ਹੀ ਪਤਾ ਲੱਗਦਾ, ਠੀਕ ਹੈ, ਤੇ ਮਤਲਬ ਕਿ ਕਿਉਂਕਿ ਉਹਨਾਂ ਨੂੰ ਲਾਈਫ ਦਾ ਐਕਸਪੀਰੀਅੰਸ ਹੁੰਦਾ ਹੈ, ਤਜਰਬਾ ਹੁੰਦਾ ਹੈ, ਇਸ ਲਈ ਉਹਨਾਂ ਦੇ ਜਿੰਨੇ ਵੀ ਬੋਲ ਹੁੰਦੇ ਨੇ ਉਹਨਾਂ ਵਿੱਚ ਸੱਚਾਈ ਹੁੰਦੀ ਹੈ, ਠੀਕ ਹੈ, ਕਿ ਉਹੀ ਸੱਚਾਈ ਉਹਨਾਂ ਦੀ ਅਕਲ ਦਾ ਹਿੱਸਾ ਹੁੰਦੀ ਹੈ। ਜੇ ਉਹਨਾਂ ਨੂੰ ਉਹਨਾਂ ਕੋਲ ਅਕਲ ਹੈ, ਉਹਨਾਂ ਕੋਲ ਤਜਰਬਾ ਹੈ, ਤਾਂ ਹੀ ਉਹ ਆਪਣੇ ਜਿਹੜੇ ਬੋਲ ਨੇ ਉਹ ਵਿਅਕਤ ਕਰ ਸਕਦੇ ਨੇ, ठीक है। बोली का खजाना बचपन के चौगिरदे विचों जुड़ना शुरू होता है। हुण बोली आंदी कित्थों है, छोटे हुंदे तो ही जदों तुहाडा बचपन शुरू होया, बचपन विच मन उत्ते चितरे लफ्ज सानू भुलदे नहीं ते मोहर वगदा काम करदे ने। एक एक मोहर असीं अनेकां निक्के सिक्किਆਂ विच वटांदे हां ते साडे खजाने दीयां पेटियां छड़कण लग पैंदियां हन। मतलब ਉਹ ਹੁਣ ਕਹਿੰਦਾ ਹੈ ਕਿ ਬੋਲ ਕਿੱਦਾਂ ਦੇ ਹਨ, ਉਹ ਇੱਕ coin ਦੀ ਤਰ੍ਹਾਂ ਆ। ਜਿੰਨੇ ਆਪਾਂ ਜਿਸ ਤਰ੍ਹਾਂ ਦੇਖੋ ਆਪਾਂ ਆਪਣੀ ਜਿਹੜੀ ਉਹ ਹੁੰਦੀ ਹੈ ਸਾਡੀ ਬੁਗਨੀ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਜਿਹਦੇ ਵਿੱਚ ਆਪਾਂ ਪੈਸੇ ਜਮਾ ਕਰਦੇ ਹਾਂ, ਕਲੀਅਰ ਹੈ, ਉਹਦੇ ਵਿੱਚ ਆਪਾਂ ਇੱਕ ਇੱਕ coin ਪਾਉਂਦੇ ਹਾਂ। ਛੋਟੇ ਬੱਚੇ ਕਾਫੀ ਕਰਦੇ ਸੀਗੇ। ਹੁਣ ਬੋਲੀ ਵੀ ਉਸੇ ਤਰ੍ਹਾਂ ਦੀ ਹੈ, ਜਿੰਨਾ ਅਸੀਂ ਛੋਟੇ ਬੱਚਿਆਂ ਨੂੰ ਚੰਗੇ ਚੰਗੇ ਵਰਡਸ ਸਿਖਾਵਾਂਗੇ ਉਹਨਾਂ ਦੀ ਜ਼ਿੰਦਗੀ ਦਾ ਖਜ਼ਾਨਾ ਉਨਾ ਹੀ ਵੱਧਦਾ ਜਾਵੇਗਾ। ਇਸ ਲਈ ਜਿੱਥੇ ਸਾਡਾ ਬਚਪਨ ਬੀਤੇ ਹੀ ਉਹ ਥਾਂ ਮੋਹਰਾਂ ਦੀ ਖਾਣ ਹੈ। ਪਹਿਲਾਂ ਸਾਡੀ ਅਮੀਰੀ ਦਾ ਨਿਰਭਰ ਇਸ ਖਾਣ ਉੱਤੇ ਹੁੰਦਾ ਹੈ। ਜੇ ਸਾਡੀ ਖਾਣ ਵਿੱਚ ਮੋਹਰਾਂ ਕੱਸੀਆਂ ਨੇ ਤਾਂ ਸਾਡੀ ਬਹੁਤ ਕੁਟਾਈ ਵੀ ਸਾਨੂੰ ਮਾਲਾਮਾਲ ਨਹੀਂ ਕਰ ਸਕਦੀ। ਮਤਲਬ ਜੇ ਸਾਡੀ ਜਿਹੜੀ ਭਾਸ਼ਾ ਹੈ ਉਹ ਵੀ ਜੇ ਚੰਗੀ ਨਹੀਂ ਹੋਵੇਗੀ, ਬਚਪਨ ਤੋਂ ਹੀ ਜੇ ਤੁਹਾਨੂੰ ਚੰਗੇ ਵਰਡਸ ਨਹੀਂ ਸਿਖਾਏ ਜਾਣਗੇ ਤੇ ਵੱਡੇ ਹੋ ਕੇ ਤੁਸੀਂ ਜਿੰਨਾ ਮਰਜ਼ੀ ਉਹਨੂੰ ਪੋਲਿਸ਼ ਕਰ ਲਓ, ਤੁਸੀਂ ਕੋਸ਼ਿਸ਼ ਨਹੀਂ ਕਰ ਸਕਦੇ ਹੋ ਆਪਣੇ ਆਪ ਨੂੰ, ਆਪਣੀ ਭਾਸ਼ਾ ਨੂੰ ਚੰਗਾ ਰੱਖਣ ਵਿੱਚ, ਠੀਕ ਹੈ। ਇਸ ਲਈ ਬੱਚਿਆਂ ਦੀ ਦੁਨੀਆ ਵਿੱਚ ਅਮੀਰੀ ਦਾ ਵਾਧਾ ਕਾਇਮ ਰੱਖਣਾ ਵੱਡਿਆਂ ਦੀ ਜ਼ਿੰਦਗੀ ਨਾਲ ਪਹਿਲਾ ਧਰਮ ਹੈ। ਜਿਹੜੇ ਵੱਡੇ ਬੱਚਿਆਂ ਦੀ ਦੁਨੀਆ ਦਾ ਧਿਆਨ ਨਹੀਂ ਰੱਖਦੇ, ਜੀਕਰ ਪਲਦੇ ਤੇ ਜਿੱਥੇ ਪਲਦੇ ਬੱਚਿਆਂ ਨੂੰ ਪਲੀ ਜਾਂ ਰੁਲੀ ਜਾਣ ਦਿੰਦੇ ਨੇ, ਉਹਨਾਂ ਨੂੰ ਵੀ ਆਪਣੀ ਦੁਨੀਆ ਵੀ ਦਿਨੋ ਦਿਨ ਕੰਗਾਲ ਹੁੰਦੀ ਜਾਂਦੀ ਹੈ, ਠੀਕ ਹੈ। ਸੋ ਇਸ ਲਈ ਕਹਿੰਦੇ ਹਨ ਕਿ ਬੱਚੇ ਨੂੰ ਬਿਲਕੁਲ ਹੀ ਏਦਾਂ ਨਾ ਦੇਖੋ ਕਿ ਬੱਚਾ ਆਪਣੇ ਆਪ ਹੀ ਪਲ ਜਾਵੇਗਾ, ਉਹਨੂੰ ਪ੍ਰੋਪਰਲੀ ਟਾਈਮ ਦਿਓ, ਠੀਕ ਹੈ, ਉਹਦੇ ਨਾਲ ਸਹੀ ਲੈਂਗੁਏਜ ਵਿੱਚ। ਆਪਾਂ ਦੇਖਿਆ ਨਾ ਛੋਟੇ ਬੱਚੇ ਹੁੰਦੇ ਹਨ, ਉਹ ਸਾਨੂੰ ਕੀ ਕਰਦੇ ਨੇ, ਸਾਡੀ ਨਕਲ ਕਰਦੇ ਨੇ, ਜੋ ਅਸੀਂ ਕਵਾਂਗੇ ਉਹੀ ਕਰਦੇ ਨੇ, ਠੀਕ ਹੈ। ਹੁਣ ਅਸੀਂ ਜਿਸ ਤਰ੍ਹਾਂ ਘਰਾਂ ਦੇ ਵਿੱਚ ਆਪਾਂ ਜੇ ਬੱਚੇ ਨਾਲ ਤੋਤਲਾ ਬੋਲੀਏ, ਬੱਚਾ ਵੀ ਨੈਚੁਰਲੀ ਤੋਤਲਾ ਹੀ ਬੋਲੇਗਾ, ਠੀਕ ਹੈ। ਜੇ ਆਪਾਂ ਬੱਚੇ ਨਾਲ ਕਲੀਅਰਲੀ ਬੋਲੀਏ ਤਾਂ ਬੱਚਾ ਕਲੀਅਰਲੀ ਬੋਲੇਗਾ, ਠੀਕ ਹੈ। ਔਰ ਇਹ ਪਰਸਨਲੀ ਮੈਂ ਫੀਲ ਕੀਤੀ ਹੋਈ ਹੈ, ਠੀਕ ਹੈ, ਪਰਸਨਲੀ ਮੈਂ ਇਹ ਚੀਜ਼ ਫੀਲ ਕੀਤੀ ਹੋਈ ਹੈ ਕਿ ਜੇ ਬੱਚੇ ਨਾਲ ਜਿੱਦਾਂ ਦੀ ਆਪਾਂ ਭਾਸ਼ਾ ਹੀ ਤਰ੍ਹਾਂ ਦੀ ਲੈਂਗੁਏਜ ਨੂੰ ਸਿੱਖਦਾ ਹੈ, ਠੀਕ ਹੈ। ਪਰ ਭਰਪੂਰ ਖਾਣ ਵਿੱਚੋਂ ਵੀ ਕੋਈ ਸਿਆਣੀ ਪੁਟਾਈ ਦੀ ਦੌਲਤ ਉੱਤੇ ਫੁੱਟ ਸਕਦੀ ਹੈ। ਖਾਣਾ ਵਿੱਚ ਕਿੰਨਾ ਕੁਝ ਸੋਨਾ ਨਹੀਂ ਹੁੰਦਾ, ਸੋਨੇ ਦੇ ਕਿਣਕੇ ਲੱਭ ਲੱਭ ਪੂੰਝ ਆਪਣੀਆਂ ਪੇਟੀਆਂ ਵਿੱਚ ਸਾਂਭਣੇ ਜ਼ਰੂਰੀ ਹੁੰਦੇ ਨੇ। ਸਾਡੀ ਪੁਟਾਈ ਤੇ ਸਾਡੀਆਂ ਲੱਭਾਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ। ਮਤਲਬ ਤੁਸੀਂ ਤੁਹਾਡੀ ਜੀਵਨ ਦਾ ਤੁਸੀਂ ਮੰਨ ਲਓ ਕਿੰਨੇ ਪੈਸੇ ਕਮਾ ਲਏ, ਕੀ ਫਾਇਦਾ, ਕੋਈ ਨਹੀਂ, ਜੇ ਤੁਸੀਂ ਭਾਸ਼ਾ ਨੂੰ ਹੀ ਨਹੀਂ ਸਿੱਖਿਆ। ਇੱਥੇ ਉਹ ਜਿੰਨੀ ਵੀ ਸੋਨੇ ਦੀ ਖਾਣ ਹੈ, ਸਿੱਕੇ ਹੈ, ਇਹ ਬੋਲੀ ਨੂੰ ਕਹਿ ਰਿਹਾ ਹੈ, ਠੀਕ ਹੈ, ਸਾਡੀ ਭਾਸ਼ਾ ਨੂੰ ਕਹਿ ਰਿਹਾ ਹੈ ਕਿ ਜੇ ਸਾਡੀ ਭਾਸ਼ਾ ਵਧੀਆ ਹੋਏਗੀ ਤਾਂ ਸਾਡੀ ਜਿਹੜੀ ਜ਼ਿੰਦਗੀ ਦੀ ਖਾਣ ਹੈ, ਮਾਈਂਡਸ ਜਿੱਥੋਂ ਆਪਾਂ ਸੋਨਾ ਲੱਭਦੇ ਹਾਂ, ਖਾਨਾ ਤੋਂ ਹੀ ਲੱਭਦੇ ਨਾ ਸੋਨਾ, ਉਹ ਵਾਲੀ ਨੂੰ ਕਿਹਾ, ਜ਼ਿੰਦਗੀ ਨੂੰ ਇੱਕ ਖਾਨ ਕਿਹਾ ਗਿਆ ਹੈ। ਖਜ਼ਾਨਾ ਕਿਹਨੂੰ ਕਿਹਾ ਗਿਆ ਹੈ, ਭਾਸ਼ਾ ਨੂੰ, ਬੋਲੀ ਨੂੰ, ਠੀਕ ਹੈ। ਸਾਡੀ ਬੋਲੀ ਉਹ ਹੈ ਜਿਹੜੀ ਸਾਡੇ ਬਚਪਨ ਦੀ ਬੋਲੀ ਹੈ, ਸਾਡੇ ਮਾਂ ਦੀ ਬੋਲੀ ਹੈ। ਬੜੇ ਬੇਭਾਗ ਨੇ ਉਹ ਸ਼ਖਸ ਜਿਨ੍ਹਾਂ ਨੂੰ ਵੱਡਿਆਂ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ। ਸਾਡੀ ਮਾਤ ਭਾਸ਼ਾ, ਸਾਡੀ ਮਦਰ ਟੰਗ, ਹੁਣ ਪੰਜਾਬ ਵਿੱਚ ਮਦਰ ਟੰਗ ਕਿਹੜੀ ਹੈ, ਪੰਜਾਬੀ, ਠੀਕ ਹੈ। ਤੇ ਕਈ ਏਦਾਂ ਦੇ ਹੁੰਦੇ ਨੇ ਕਿ ਜਿਹੜੀ ਆਪਣੀ ਮਦਰ ਟੰਗ ਨੂੰ ਛੱਡ ਕੇ ਦੂਸਰੀਆਂ ਭਾਸ਼ਾਵਾਂ ਬੋਲੋ, ਹਰ ਇੱਕ ਭਾਸ਼ਾ ਬੋਲੋ, ਠੀਕ ਹੈ, ਪਰ ਆਪਣੀ ਜਿਹੜੀ ਮਦਰ ਟੰਗ ਹੈ ਉਹਨੂੰ ਤੁਸੀਂ ਕਦੀ ਵੀ ਛੱਡੋ ਨਾ,
ਠੀਕ ਹੈ। ਹੁਣ ਜਿਸ ਤਰ੍ਹਾਂ ਇੱਕ ਸੌਂਗ ਵੀ ਹੈ ਗੁਰਦਾਸ ਮਾਨ ਦਾ, ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ, ਪਰ ਕੱਚੀ ਵੇਖ ਕੇ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ। ਠੀਕ ਹੈ, ਉਹਦਾ ਮਤਲਬ ਕੀ ਹੈ ਰਾਈਟ, ਕਿ ਮਤਲਬ ਹਰ ਇੱਕ ਲੈਂਗੁਏਜ ਨੂੰ ਤੁਸੀਂ ਸਿੱਖੋ, ਸਿੱਖਣੀ ਵੀ ਚਾਹੀਦੀ ਹੈ, ਬਹੁਤ ਵਧੀਆ ਹੈ। ਤੁਹਾਨੂੰ ਬਾਕੀ ਲੈਂਗੁਏजेस ਵੀ ਆਉਣੀਆਂ ਚਾਹੀਦੀਆਂ, ਪਰ ਕਦੀ ਜਿਹੜੀ ਆਪਣੀ ਮਾਤ ਭਾਸ਼ਾ ਹੈ ਉਹਨੂੰ ਦੁਕਾਰਨਾ ਨਹੀਂ ਚਾਹੀਦਾ, ਉਹਦੀ ਡਿਸਰਿਸਪੈਕਟ ਕਦੀ ਨਹੀਂ ਕਰਨੀ ਚਾਹੀਦੀ। ਠੀਕ ਹੈ, ਸਿਰਫ ਬਚਪਨ ਦੀ ਬੋਲੀ ਦਾ ਮੋਹਰ ਲਾ ਕੇ ਹੀ ਕੋਈ ਆਪਣੀ ਅੰਦਰਲੀ ਦੌਲਤ ਨੂੰ ਅਖੀਰਲੇ ਨਿੱਕੇ ਤੋਂ ਨਿੱਕੇ ਸਿੱਕੇ ਤੱਕ ਵਰਤ ਸਕਦਾ ਹੈ। ਹਰ ਕਿਸੇ ਦੀ ਬੋਲੀ ਦੀ ਛਾਪ ਸਾਡੇ ਨਿੱਕੇ ਜਜ਼ਬਾਤੀ ਹੀਰੇ ਚੱਲ ਨਹੀਂ ਸਕਦੇ। ਤਜਰਬਾ ਸਾਡੀ ਦੌਲਤ ਹੈ, ਐਕਸਪੀਰੀਅੰਸ ਲਾਈਫ ਦਾ। ਠੀਕ ਹੈ, ਤੇ ਇਹ ਦੌਲਤ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਗਈ ਹੈ, ਉਸੇ ਬੋਲੀ ਦੀ ਸੂਈ ਇਹਦੇ ਉੱਤੇ ਫੇਰਿਆਂ ਇਹ ਗ੍ਰਾਮੋਫੋਨ ਦੇ ਰਿਕਾਰਡ ਵਾਂਗ ਸੱਜ ਸਕਦੀ ਹੈ, ਤੇ ਬੋਲੀ ਨਾਲੋਂ ਵਧੇਰੇ ਧਿਆਨ ਮੰਗਣ ਵਾਲੀ ਕੋਈ ਹੋਰ ਜ਼ਿੰਦਗੀ ਦੀ ਦੌਲਤ ਨਹੀਂ। ਯਾਰ ਮਤਲਬ ਉਹ ਇੱਥੇ ਕਹਿ ਕੀ ਰਿਹਾ ਹੈ ਕਿ ਜਿੰਨੇ ਸਾਡੀ ਲਾਈਫ ਵਿੱਚ ਐਕਸਪੀਰੀਅੰਸਸ ਹੁੰਦੇ ਨੇ, ਠੀਕ ਹੈ, ਤਜਰਬੇ ਕੀ ਕਰਦੇ ਨੇ, ਸਾਨੂੰ ਸੂਝਵਾਨ ਬਣਾਉਂਦੇ ਨੇ। ਅਗਰ ਸਾਡੇ ਨਾਲ ਕੋਈ ਮਾੜਾ ਤਜਰਬਾ ਹੋਈ ਜਾ ਰਿਹਾ ਹੈ, ਕੋਈ ਮਤਲਬ ਕਿ ਸਾਡਾ ਬੈਡ ਲੱਕ ਹੈ, ਆਪਾਂ ਕਹਿ ਦਿੰਦੇ ਨਾ, ਐਕਸਪੀਰੀਅੰਸ ਜਿੰਨਾ ਵੀ ਤੁਹਾਡਾ ਹੁੰਦਾ ਜਾਏਗਾ, ਤੁਹਾਨੂੰ ਜਿੰਨਾ ਐਕਸਪੀਰੀਅੰਸ, ਹੁਣ ਦੇਖੋ ਆਨਲਾਈਨ ਕਲਾਸਿਸ ਦਾ ਐਕਸਪੀਰੀਅੰਸ day 1 ਤੇ ਹੁਣ ਪੂਰਾ ਸਾਲ ਹੋ ਗਿਆ, ਹੁਣ ਨਾਓ ਯੂ ਆਰ ਵੈਰੀ ਐਕਸਪੀਰੀਅੰਸ, ਹਨਾ, ਤੁਹਾਨੂੰ ਸਭ ਨੂੰ ਪਤਾ ਹੈ, ਇਸ ਲਈ ਤੁਸੀਂ ਸਾਰਿਆਂ ਨੇ ਆਪਣੀ ਵੀਡੀਓ ਆਫ ਰੱਖੀ ਹੋਈ ਹੈ। ਠੀਕ ਹੈ, ਪਹਿਲੇ ਦੂਸਰੇ ਦਿਨ ਕ੍ਰਿਤਿਕਾ ਹੱਸ ਰਹੀ ਹੈ। ਮੈਂ ਇਸ ਲੈਸਨ ਨੂੰ ਤੁਹਾਡੇ ਪਰਸਨਲ ਦੇ ਨਾਲ ਤੁਹਾਨੂੰ ਜੋੜਨਾ ਹੈ ਤਾਂ ਕਿ ਤੁਹਾਨੂੰ ਲੈਸਨ ਵੀ ਸਮਝ ਲੱਗੇ। ਠੀਕ ਹੈ, ਹੁਣ ਦੇਖੋ day 1 ਸਾਰੇ ਡਰੇ ਕਲੀਅਰ ਹੈ, ਹੁਣ ਸਾਲ ਹੋ ਗਿਆ, ਹੁਣ ਕਿਸੇ ਨੂੰ ਕੋਈ ਫਰਕ ਨਹੀਂ, ਸਭ ਨੇ ਆਪਣੀ ਵੀਡੀਓ, ਬਸ ਇੱਕ ਕ੍ਰਿਤਿਕਾ ਨੂੰ ਛੱਡ ਕੇ, ਵੈਰੀ ਗੁੱਡ ਕ੍ਰਿਤਿਕਾ। ਠੀਕ ਹੈ, ਉਹਨੇ ਹੀ ਆਪਣੀ ਵੀਡੀਓ ਔਨ ਰੱਖੀ ਹੋਈ ਹੈ, ਰਾਈਟ। ਕਿਉਂ, ਮੈਂ ਹੁਣ ਦੇਖੋ ਉਹਦਾ ਫੇਸ ਦੇਖ ਰਹੀ ਹਾਂ, ਮੈਨੂੰ ਹੁਣ ਉਹਦੇ ਐਕਸਪ੍ਰੈਸ਼ਨ ਪਤਾ ਲੱਗ ਰਹੇ ਨੇ, ਉਹਨੂੰ ਹੀ ਇਕੱਲੀ ਨੂੰ ਮੈਂ ਦੇਖ ਕੇ ਤੁਹਾਨੂੰ ਪੜ੍ਹਾ ਰਹੀ ਹਾਂ। ਠੀਕ ਹੈ, ਕਿਉਂਕਿ ਬਾਕੀ ਤੁਸੀਂ ਸਭ ਨੇ ਆਪਣੀ ਵੀਡੀਓ ਆਫ ਰੱਖੀ ਹੋਈ ਹੈ, ਮੈਨੂੰ ਕਿਸੇ ਦੀ ਕੋਈ ਸ਼ਕਲ ਨਹੀਂ ਦਿਸੀ। ਠੀਕ ਹੈ, ਹੁਣ ਜਿੱਦਾਂ ਜਿੱਦਾਂ ਸਾਨੂੰ ਐਕਸਪੀਰੀਅੰਸ ਹੁੰਦਾ ਜਾਂਦਾ ਹੈ, ਸਾਡੇ ਗਿਆਨ ਵਿੱਚ ਉਦਾਂ ਹੀ ਵਾਧਾ ਹੁੰਦਾ ਜਾਂਦਾ ਹੈ। ਠੀਕ ਹੈ, ਫਿਰ ਅਸੀਂ ਕੀ ਕਰਦੇ ਹਾਂ, ਜੇ ਸਾਡੀ ਦੇਖੋ ਹੁਣ ਆਪਾਂ ਕਈ ਵਾਰੀ ਬੋਲਦੇ ਹਾਂ, ਕਈ ਵਾਰੀ ਕਿਸੇ ਨਾਲ ਗਲਤ ਬੋਲ ਦਿੰਦੇ ਹਾਂ। ਠੀਕ ਹੈ, ਉਹ ਸਾਡੀ ਲਾਈਫ ਦਾ ਇੱਕ ਐਕਸਪੀਰੀਅੰਸ ਬਣ ਜਾਂਦਾ ਹੈ, ਫਿਰ ਅਸੀਂ ਕਿਸੇ ਨਾਲ ਅੱਗੋਂ ਦੀ ਗਲਤ ਨਹੀਂ ਬੋਲਦੇ, ਅੱਗੇ ਹਮੇਸ਼ਾ ਆਪਾਂ ਸਾਰਿਆਂ ਨਾਲ ਸਹੀ ਬੋਲਦੇ ਰਹਿੰਦੇ ਹਾਂ। ਠੀਕ ਹੈ, ਔਰ ਨਸ਼ੀਨ ਦੀ ਵੀ ਵੀਡੀਓ ਔਨ ਹੋ ਗਈ, ਵੈਰੀ ਗੁੱਡ, ਰਾਈਟ। ਸੋ ਦੇਖੋ ਆਪਾਂ ਕੀ ਕਰਦੇ ਹਾਂ, ਬੋਲੀ ਕੀ ਹੈ, ਇੱਕ ਸੂਏ ਦੀ ਤਰ੍ਹਾਂ ਹੈ, ਗ੍ਰਾਮੋਫੋਨ ਸੁਣਿਆ ਤੁਸੀਂ, ਕਿ ਜਦੋਂ ਪਿਛਲੇ ਟਾਈਮ ਦੇ ਵਿੱਚ ਨਾ ਰਿਕਾਰਡਿੰਗਸ ਹੁੰਦੀਆਂ ਸੀਗੀਆਂ, ਉਹ ਵੱਡੇ ਉਹ ਜਿਹੜੇ ਜਿਸ ਤਰ੍ਹਾਂ ਇੱਕ ਡਿਸਕ ਹੁੰਦੀ ਹੈ, ਉਹ ਵੱਡੀ ਸਾਰੀ ਡਿਸਕ ਹੁੰਦੀ ਸੀਗੀ, ਉਹਦੇ ਤੇ ਰੱਖ ਕੇ ਉਹ ਬੜੀ ਸਲੋ ਚੱਲਦਾ ਹੁੰਦਾ ਸੀ। ਠੀਕ ਹੈ, ਮਤਲਬ ਬੋਲੀ ਵੀ ਸਾਡੀ ਇਦਾਂ ਦੀ ਹੈ, ਜੇ ਆਪਾਂ ਉਹਨੂੰ ਲਾਈਫ ਨੂੰ ਆਪਾਂ ਹੌਲੀ ਹੌਲੀ ਐਕਸਪੀਰੀਅੰਸ ਕਰਾਂਗੇ ਤਾਂ ਸਾਡੀ ਲਾਈਫ ਜਿਹੜੀ ਹੈ ਬਹੁਤ ਵਧੀਆ ਹੋਵੇਗੀ। ਠੀਕ ਹੈ, ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ। ਸ਼ਬਦ ਇਹਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਕਿਉਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਕਿੱਦਾਂ ਚਲਾਉਂਦੇ ਹਾਂ ਆਪਾਂ ਸਿੱਕੇ ਮੀਨਸ ਸਾਡੇ ਸ਼ਬਦ, ਖਜ਼ਾਨਾ ਮਤਲਬ ਸਾਡੀ ਬੋਲੀ। ਆਪਾਂ ਡੇਲੀ, ਹੁਣ ਦੇਖੋ ਤੁਸੀਂ ਇੱਕ ਦੂਸਰੇ ਨਾਲ ਬੋਲਦੇ ਹੋ, ਤੁਸੀਂ ਟੀਚਰ ਨਾਲ ਗੱਲ ਕਰਦੇ ਹੋ, ਠੀਕ ਹੈ, ਤੇ ਉਹ ਕੀ ਹਨ, ਜ਼ਿੰਦਗੀ ਦੀ ਮੰਡੀ, ਮਤਲਬ ਕਿ ਆਪਾਂ ਜ਼ਿੰਦਗੀ ਵਿੱਚ ਰੋਜ਼ਾਨਾ ਕਿਸੇ ਨਾਲ ਕੋਈ ਨਾ ਕੋਈ ਵਰਡ ਬੋਲਦੇ ਹਾਂ, ਤੁਸੀਂ ਆਪਣੇ ਫੈਮਿਲੀ ਮੈਂਬਰਸ ਨਾਲ ਬੋਲਦੇ ਹੋ, ਉਹ ਤੁਹਾਡੀ, ਜਿੰਨੇ ਤੁਸੀਂ ਵਧੀਆ ਬੋਲਦੇ ਰਹੋਗੇ, ਤੁਹਾਡੀ ਜ਼ਿੰਦਗੀ ਦਾ ਖਜ਼ਾਨਾ ਉਨਾ ਹੀ ਭਰਦਾ ਜਾਵੇਗਾ। ਠੀਕ ਹੈ, ਇਸ ਲਈ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿੱਚ ਵਾਧਾ ਚਾਹਿਆ ਜਾਵੇ। ਪੜ੍ਹਾਈ ਆਪਣੇ ਆਪ ਵਿੱਚ ਕੋਈ ਵੱਡਾ ਤਜਰਬਾ ਨਹੀਂ, ਸਿਰਫ ਤਜਰਬੇ ਦੀ ਲਗਨ ਵਧਾਉਣ ਤੇ ਤਜਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਲਾਈਫ, ਹੁਣ ਦੇਖੋ ਐਜੂਕੇਸ਼ਨ ਹੈ, ਇਹਨੂੰ ਆਪਾਂ ਐਕਸਪੀਰੀਅੰਸ ਨਹੀਂ ਕਵਾਂਗੇ, ਕਿਉਂ ਐਕਸਪੀਰੀਅੰਸ ਨਹੀਂ, ਇਹ ਤੁਹਾਡੀ ਤਾਂ ਨੌਲੇਜ ਨੂੰ ਵਧਾ ਰਿਹਾ ਹੈ। ਠੀਕ ਹੈ, ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਅਸਲੀ ਤਜਰਬੇ ਹਨ। ਪੜ੍ਹਾਈ ਸਿਰਫ ਇੱਕ ਨੌਲੇਜ ਹੈ, ਨੌਲੇਜ ਦਾ ਸੋਰਸ ਹੈ, ਲਾਈਫ ਦਾ ਐਕਸਪੀਰੀਅੰਸ ਨਹੀਂ ਹੈ। ਐਕਸਪੀਰੀਅੰਸ ਕਿਹਨੂੰ ਕਹਿੰਦੇ ਹਨ, ਜੋ ਸਾਡੀ ਡੇਲੀ ਜ਼ਿੰਦਗੀ ਵਿੱਚ ਹੁੰਦਾ ਹੈ। ਠੀਕ ਹੈ, ਆਪਾਂ ਜੋ ਬੋਲਦੇ ਹਾਂ, ਸਾਡੀਆਂ ਹਾਰਾਂ, ਸਾਡੀਆਂ ਜਿੱਤਾਂ, ਇਹ ਸਭ ਕੁਝ ਐਕਸਪੀਰੀਅੰਸ ਹੈ, ਜਿਹੜੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਨੇ ਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਨੇ। ਜਵਾਨੀ ਤੇ ਬੁਢਾਪੇ ਨਾਲੋਂ ਕਈ ਗੁਣਾ ਕੀਮਤੀ ਸਮਾਂ ਬਚਪਨ ਦਾ ਹੁੰਦਾ ਹੈ। ਇਹਦੇ ਵਿੱਚ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ। ਮੋਹਰਾਂ ਕੀ, ਬੋਲੀ, ਵਰਡਸ ਨਵੇਂ ਜਿਹੜੀਆਂ ਬਣਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ ਜਾਂ ਸੌਖਾ ਝੱਟ ਲਗਾਉਂਦੇ ਨੇ। ਬਣਾ ਕੇ ਮਤਲਬ ਦੇਖੋ, ਹੁਣ ਅਸੀਂ ਕੀ ਕਰਦੇ ਹਾਂ, ਆਪਾਂ ਮੋਹਰਾਂ ਇਕੱਠੀਆਂ ਕਰਦੇ ਹਾਂ, ਕੋਇਨਸ ਇਕੱਠੇ ਕਰਦੇ ਹਾਂ, ਹਨਾ। ਮੰਨ ਲਓ ਹੁਣ ਆਪਾਂ 1 ਰੁਪਇਆ ਇਕੱਠਾ ਕੀਤਾ, 2 ਰੁਪਏ ਇਕੱਠੇ ਕੀਤੇ, ਉਹਨੂੰ ਆਪਾਂ ਅੱਗੋਂ ਦੀ ਦੁਕਾਨਦਾਰ ਕੋਲ ਜਾਂਦੇ ਹਾਂ, ਚੀਜ਼ ਲੈਂਦੇ ਹਾਂ, ਦੁਕਾਨਦਾਰ ਸਾਨੂੰ ਉਹਦੇ ਬਦਲੇ ਕੋਈ ਚੀਜ਼ ਦਿੰਦਾ ਹੈ,
ਸੇਮ ਇਸੇ ਤਰ੍ਹਾਂ ਹੀ ਸਿੱਕੇ ਬੋਲੀ, ਆਪਾਂ ਅੱਗੇ ਕਿਸੇ ਦੇ ਅੱਗੇ ਕੁਝ ਬੋਲਦੇ ਹਾਂ, ਠੀਕ ਹੈ, ਤੇ ਸਾਨੂੰ ਜੇ ਆਪਾਂ ਚੰਗੇ ਬੋਲਦੇ ਹਾਂ ਤੇ ਸਾਨੂੰ ਉਹ ਕੀ ਕਰਦਾ ਹੈ, ਰਿਸਪੈਕਟ ਦਿੰਦਾ ਹੈ, ਸਾਡੇ ਜਿੰਨੇ ਬੋਲ ਹਨ ਉਹਨਾਂ ਨੂੰ ਆਦਰ ਸਨਮਾਨ ਦਿੰਦਾ ਹੈ, ਠੀਕ ਹੈ। ਜੇ ਆਪਾਂ ਕਿਸੇ ਨਾਲ ਭੈੜੇ ਬੋਲ ਬੋਲਦੇ ਹਾਂ, ਅੱਗੋਂ ਤੁਹਾਨੂੰ ਰਿਸਪੈਕਟ ਨਹੀਂ ਮਿਲੇਗੀ, ਤੁਸੀਂ ਕਦੀ ਐਕਸਪੈਕਟ ਵੀ ਨਾ ਕਰਿਓ ਕਿ ਤੁਹਾਨੂੰ ਅੱਗੋਂ ਦੀ ਰਿਸਪੈਕਟ ਮਿਲੇਗੀ, ਠੀਕ ਹੈ। ਉਹੀ ਗੱਲ ਹੈ ਕਿ ਜੇ ਤੁਹਾਡੀ ਜਿੱਦਾਂ ਦੀ ਤੁਸੀਂ ਮੋਹਰਾਂ ਇਕੱਠੀਆਂ ਕਰੋਗੇ ਉਦਾਂ ਦੀ ਹੀ ਤੁਹਾਡੀ ਜ਼ਿੰਦਗੀ ਨਿਕਲੇਗੀ। ਪਰ ਲਫ਼ਜ਼ ਸੋਨੇ ਦਾ ਨਿੱਕਾ ਜਿਹਾ ਟਿੰਡਾ ਹੁੰਦਾ ਹੈ, ਇਹਦੀ ਬਨਾਵਟ ਗਹਿਣੇ ਦੀ ਕਢਾਈ ਵਾਂਗ ਇਹਦੀ ਅਸਲੀਅਤ ਨੂੰ ਅੱਗੇ ਜਾਂ ਪਿੱਛੇ ਪਾਉਂਦੀ ਹੈ। ਕਈਆਂ ਦੇ ਲਫ਼ਜ਼ ਇਹੋ ਜਿਹੇ ਕੋਝੇ ਕੜੇ ਹੁੰਦੇ ਨੇ, ਮਤਲਬ ਕਿ ਭੈੜੇ ਬੋਲ, ਕਿ ਉਹਨਾਂ ਨੂੰ ਸੋਨੇ ਨੂੰ ਕੋਈ ਪਿੱਤਲ ਦੇ ਭਾਵ ਨਹੀਂ ਚੁੱਕਦਾ। ਮਤਲਬ ਕਈ ਏਦਾਂ ਦੇ ਬੋਲ ਬੋਲਦੇ ਨੇ, ਕਈਆਂ ਦੀ ਵਰਡਿੰਗ ਇੰਨੀ ਸੋਹਣੀ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਕਿ ਸੋਨੇ ਦੇ ਬੋਲ ਬੋਲ ਰਿਹਾ ਹੈ, ਮਤਲਬ ਉਹ ਬਹੁਤ ਸੋਹਣੇ ਬੋਲ ਬੋਲ ਰਿਹਾ ਹੈ। ਕਈਆਂ ਦੀ ਵਰਡਿੰਗ ਇੰਨੀ ਭੈੜੀ ਹੁੰਦੀ ਹੈ, ਉਹ ਲੱਗਦਾ ਹੈ ਕਿ ਬੜੇ ਕੋਝੇ ਹਨ ਤੇ ਉਹਨਾਂ ਨੂੰ ਪਿੱਤਲ ਦੇ ਭਾਵ, ਪਿੱਤਲ ਸੋਨੇ ਨਾਲੋਂ ਘੱਟ ਕੀਮਤ ਵਿੱਚ ਵਿਕਦਾ, ਠੀਕ ਹੈ। ਸੋਨਾ ਬਹੁਤ ਉੱਚੀ ਪ੍ਰਾਈਸ ਤੇ ਜਾਂਦਾ ਹੈ। ਕੋਈ ਸਰਾਫ ਮਹਿੰਗਾ ਸਸਤਾ ਭਾਵੇਂ ਉਹਨੂੰ ਹੱਥ ਪਾ ਲਵੇ। ਸਰਾਫ ਕੀ ਹੁੰਦਾ ਹੈ, ਜਿਹੜਾ ਸੋਨੇ ਦੇ ਸਿੱਕੇ ਕੱਢਦਾ ਹੈ, ਠੀਕ ਹੈ, ਸੁਨਿਆਰਾ ਜਿਹਨੂੰ ਆਪਾਂ ਕਹਿੰਦੇ ਹਾਂ। ਪਰ ਰੋਜ਼ਾਨਾ ਜ਼ਿੰਦਗੀ ਵਿੱਚ ਚਾਲੂ ਸਿੱਕੇ ਵਾਂਗ ਉਹ ਫੌਰੀ ਲੋੜਾਂ ਪੂਰੀਆਂ ਨਹੀਂ ਕਰ ਸਕਦਾ। ਮਤਲਬ ਜੇ ਸਾਡੇ ਲਫ਼ਜ਼ ਹਨ ਉਹ ਚਾਲੂ ਸਿੱਕੇ ਵਾਂਗੂ, ਮਤਲਬ ਐਵੇਂ ਹੀ ਆਪਾਂ ਕੋਈ ਵੀ ਲਫ਼ਜ਼ ਨਹੀਂ ਬੋਲ ਦਿੰਦੇ, ਉਹ ਸਾਡੀ ਜੇ ਆਪਾਂ ਬਸ ਏਦਾਂ ਹੀ ਲਫ਼ਜ਼ ਬੋਲੀ ਜਾਈਏ, ਹਰ ਕਿਸੇ ਨਾਲ ਕਹੀਏ ਕਿ ਬਸ ਠੀਕ ਹੈ ਮੈਂ ਇਹਦੇ ਨਾਲ ਏਦਾਂ ਹੀ ਬੋਲਣਾ ਹੈ, ਇਹ ਚਾਹੇ ਜਿੱਦਾਂ ਮਰਜ਼ੀ ਸੁਣੇ ਚਾਹੇ ਜਿੱਦਾਂ ਮਰਜ਼ੀ ਸਮਝੇ, ਮੈਨੂੰ ਕੋਈ ਮਤਲਬ ਨਹੀਂ, ਉਹ ਸਿਰਫ ਤੁਹਾਡੀ ਜ਼ਿੰਦਗੀ ਦੇ ਲੋੜਾਂ ਪੂਰੀਆਂ ਕਰੇਗਾ। ਤੁਸੀਂ ਇੱਕ ਜ਼ਿੰਦਗੀ ਕੱਟ ਰਹੇ ਹੋਵੋਗੇ, ਠੀਕ ਹੈ, ਜ਼ਿੰਦਗੀ ਨੂੰ ਇੰਜੋਏ ਨਹੀਂ ਕਰੋਗੇ। ਦੁਨੀਆ ਦੇ ਅਨੇਕਾਂ ਲੋਕ ਆਪਣਾ ਮੁੱਲ ਪੂਰਾ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਆਪਣੇ ਲਫ਼ਜ਼ਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਉਹਨਾਂ ਦੇ ਕਸੋਹਣੇ ਛਿੱਠੇ ਚੁੱਭਦੇ ਕੋੜੇ ਬੇਤਾਬ ਬੇਰਸ ਲਫ਼ਜ਼ ਉਹਨਾਂ ਦੇ ਸੋਨੇ ਨੂੰ ਬੇਖਿੱਚ ਤੇ ਕੀਮਤੀ ਬਣਾਈ ਰੱਖਦੇ ਨੇ। ਮਤਲਬ ਉਹਨਾਂ ਦੇ ਜਿਹੜੇ ਲਫ਼ਜ਼ ਹਨ ਉਹ ਸੋਹਣੇ ਨਹੀਂ ਹੋਣਗੇ, ਛਿੱਠੇ ਹੋਏ ਮਤਲਬ ਅਗਲੇ ਨੂੰ ਹਰਟ ਕਰਨ ਵਾਲੇ ਹੋਣਗੇ, ਚੁੱਭਦੇ ਅਗੇਨ ਹਰਟ ਕਰਨ ਵਾਲੇ, ਠੀਕ ਹੈ, ਬੇਤਾਬ ਬੇਰਸ, ਉਹਨਾਂ ਦੇ ਵਰਡਸ ਵਿੱਚ ਕੋਈ ਮਤਲਬ ਕੋਈ ਉਹਨਾਂ ਦਾ ਵਰਡ ਚੰਗੀ ਤਰ੍ਹਾਂ ਨਾਲ ਨਹੀਂ ਹੋਏਗਾ, ਨਾਪਿਆ ਤੋਲਿਆ ਨਹੀਂ ਹੋਏਗਾ। ਨਾਪਿਆ ਤੋਲਿਆ ਇਨ ਦਾ ਸੈਂਸ ਕਿ ਉਹ ਕਈ ਵਾਰੀ ਸੋਚਦੇ, ਬੋਲਣ ਤੋਂ ਪਹਿਲਾਂ ਸੋਚਦੇ ਨਹੀਂ ਹਨ, ਠੀਕ ਹੈ, ਕਿ ਆਪਾਂ ਅਗਲੇ ਨਾਲ ਕਿੱਦਾਂ ਗੱਲ ਕਰਨੀ ਹੈ, ਰਾਈਟ। ਬੇਰਸ, ਬੇਰਸ ਮਤਲਬ ਕਿ ਇੰਨਾ ਬੋਰਿੰਗ ਬੋਲਦੇ ਨੇ, ਕਦੀ ਉਹਨਾਂ ਦੇ ਜ਼ੁਬਾਨ ਦੇ ਵਿੱਚ ਕੋਈ ਰਸ ਨਹੀਂ ਹੁੰਦਾ, ਠੀਕ ਹੈ, ਕੋਈ ਪਿਆਰ ਦੇ ਲਫ਼ਜ਼ ਨਹੀਂ ਹੁੰਦੇ। ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੈ, ਇਹ ਜ਼ਿੰਦਗੀ ਦੇ ਹੁਸਨਾਂ ਤੇ ਸਵਾਦਾਂ ਦਾ ਜਾਦੂ ਹੈ। ਇਹ ਸਾਡੇ ਅਣਹੋਣੇ ਸੁਪਨਿਆਂ ਨੂੰ ਵੀ ਲਕੀਰਾਂ, ਘੇਰਿਆਂ, ਚਿੱਤਰ ਤੇ ਅਸਲੀਅਤ ਦਾ ਰੂਪ ਦੇ ਦਿੰਦੀ ਹੈ। ਮਤਲਬ ਜੇ ਆਪਾਂ ਬੋਲੀ ਸਾਡੀ ਸੋਹਣੀ ਹੋਏਗੀ ਤਾਂ ਸਾਡੇ ਸੁਪਨੇ ਵੀ ਸਾਕਾਰ ਹੋਣਗੇ। ਜੇ ਆਪਾਂ ਕਿਸੇ ਨਾਲ ਵਧੀਆ ਬੋਲਾਂਗੇ ਤਾਂ ਹੁਣ ਦੇਖੋ ਆਪਾਂ ਇੱਕ ਜੌਬ ਤੇ ਜਾਂਦੇ ਹਾਂ, ਇੰਟਰਵਿਊ ਤੇ ਜਾਂਦੇ ਹਾਂ, ਠੀਕ ਹੈ, ਉੱਥੇ ਜੇ ਤੁਹਾਨੂੰ ਉਹਨਾਂ ਨੇ ਕੋਈ ਕੁਐਸਚਨ ਪੁੱਛਿਆ, ਕਲੀਅਰ ਹੈ, ਬੋਲੀ ਤੋਂ ਹੀ ਜੱਜ ਕਰ ਲੈਂਦੇ ਹਾਂ ਕਿ ਬੰਦਾ ਉਹ ਕਿੱਦਾਂ ਦਾ ਹੁੰਦਾ ਹੈ। ਜੇ ਹੁਣ ਤੁਸੀਂ ਉੱਥੇ ਉਹਨਾਂ ਦੇ ਆਨਸਰ ਜਿਹੜੇ ਹਨ ਉਹਨਾਂ ਦਾ ਬਹੁਤ ਗਲਤ ਤਰੀਕੇ ਦੇ ਨਾਲ ਜਵਾਬ ਦਿਓਗੇ, ਠੀਕ ਹੈ। ਇੱਕ ਹੁੰਦਾ ਹੈ ਕਿ ਬੰਦਾ ਹਲੇ ਬੋਲ ਹੀ ਰਿਹਾ ਹੁੰਦਾ ਹੈ, ਉਹਦੀ ਮਤਲਬ ਪਰਸਨੈਲਿਟੀ ਨੂੰ ਤੁਸੀਂ ਜੱਜ ਕਰ ਲੈਂਦੇ ਹੋ ਕਿ ਬੰਦਾ ਕਿੱਦਾਂ ਦਾ ਹੋਏਗਾ, ਹਸਮੁਖ ਹੋਏਗਾ, ਸੜੀਅਲ ਹੋਏਗਾ, ਠੀਕ ਹੈ, ਉਹਦੀ ਬੋਲੀ ਤੋਂ ਹੀ ਤੁਸੀਂ ਜੱਜ ਕਰ ਲੈਂਦੇ ਕਿ ਬੰਦਾ ਕਿੱਦਾਂ ਦਾ ਹੋਏਗਾ। ਉਹੀ ਉਹਦੀ ਲਾਈਫ ਦੇ ਵਿੱਚ ਮਾਇਨੇ ਰੱਖਦਾ ਹੈ। ਉਹ ਸਾਡੇ ਜਿਗਰੀ ਪਿਆਰਾਂ ਦੀ ਤਾਕਤ, ਸਾਡੀਆਂ ਪੁੱਗੀਆਂ ਤੇ ਅਣਪੁੱਗੀਆਂ ਰੀਝਾਂ ਦੀ ਫਿਲਮ ਹੈ, ਠੀਕ ਹੈ। ਕਾਸਤ ਮਤਲਬ ਮੈਸੇਜ ਦੇਣ ਵਾਲਾ, ਕਲੀਅਰ, ਜਿਸ ਨੂੰ ਉਦਾਸ ਬੱਦਲਾਂ ਦੇ ਹਨੇਰੇ ਵਿੱਚ ਚਲਾ ਕੇ ਵੀ ਅਸੀਂ ਸੁਨਹਿਰੀ ਧੁੱਪਾਂ ਚੜਾ ਸਕਦੇ ਹਾਂ। ਇਹ ਸਾਡੇ ਤੇ ਸਾਡੇ ਪ੍ਰੀਤਮ ਵਿਚਲੀ ਰੇਸ਼ਮੀ ਲੜੀ ਹੈ, ਸਾਡੀਆਂ ਵਫਾਵਾਂ ਤੇ ਦੋਸਤੀਆਂ ਦਾ ਸਾਥੀ ਹੈ। ਹੁਣ ਭਾਸ਼ਾ ਬੋਲੀ ਕੀ ਹੈ, ਦੋਸਤਾਂ ਦੇ ਨਾਲ ਕਿੱਦਾਂ ਆਪਾਂ ਬਿਹੇਵ ਕਰਦੇ ਹਾਂ, ਕਿੱਦਾਂ ਆਪਾਂ ਇੱਕ ਦੂਸਰੇ ਨੂੰ ਮੈਸੇਜ ਦਿੰਦੇ ਹਾਂ, ਠੀਕ ਹੈ, ਕਿਸ ਤਰ੍ਹਾਂ ਸਾਡੀ ਜਿਹੜੀ ਦੋਸਤੀ ਹੈ, ਜਿਸ ਤਰ੍ਹਾਂ ਹੁਣ ਤੁਸੀਂ ਆਪਸ ਵਿੱਚ ਫਰੈਂਡਸ ਹੋ, ਕਿਉਂ ਫਰੈਂਡ ਹੋ, ਤੁਹਾਨੂੰ ਇੱਕ ਦੂਸਰੇ ਦੀ ਬੋਲੀ ਬਹੁਤ ਜ਼ਿਆਦਾ ਪਸੰਦ ਹੈ ਤਾਂ ਹੀ ਤੁਸੀਂ ਇੱਕ ਦੂਸਰੇ ਦੇ ਫਰੈਂਡ ਬਣੇ ਹੋ, ਠੀਕ ਹੈ। ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ, ਨਾ ਇਹਦੇ ਬਾਰੇ ਕੋਈ ਮਸਕਰੀ ਮਖੌਲ ਸਹਾਰੇ। ਇਹ ਬੜੀ ਮਹਿੰਗੀ ਤੇ ਪਿਆਰੀ ਵਿਰਾਸਤ ਹੈ। ਮਾਪਿਆਂ ਕੋਲੋਂ, ਉਸਤਾਦਾਂ ਕੋਲੋਂ, ਘਰ ਆਏ ਮਹਿਮਾਨਾਂ ਕੋਲੋਂ, ਹੋਂਕਾ ਦਿੰਦੇ ਛਾਬੜੀ ਵਾਲੇ ਕੋਲੋਂ, ਲੱਕੜਾਂ ਪਾੜਨ ਵਾਲੇ ਕੋਲੋਂ, ਮਜ਼ਦੂਰਾਂ ਕੋਲੋਂ, ਘੁੱਗੂ ਘੋੜੇ ਵੇਚਣ ਆਈ ਪੱਕੀ ਵਾਰਨ ਕੋਲੋਂ, ਠੀਕ ਹੈ, ਗਵਾਲੇ ਚਰਵਾਹੇ ਕੋਲੋਂ, ਹਰ ਲਫ਼ਜ਼ ਦੇ ਮਾਲਕ ਕੋਲੋਂ ਇਹਦੇ ਲਫ਼ਜ਼ ਸਿੱਖੋ ਤੇ ਸੰਭਾਲੋ। ਮਤਲਬ ਕਿ ਜੋ ਵੀ ਤੁਹਾਨੂੰ ਲਾਈਫ ਦੇ ਵਿੱਚ ਜਿਹੜਾ ਵੀ ਪਰਸਨ ਮਿਲਦਾ ਹੈ, ਚਾਹੇ ਉਹ ਗਲੀ ਦੇ ਵਿੱਚ ਕੋਈ ਮਤਲਬ ਇੱਥੇ ਲਿਖਿਆ ਨਾ ਘੁੱਗੂ ਘੋੜੇ ਵੇਚਣ ਆਈ ਪੱਕੀ ਵਾਰਨ, ਮਤਲਬ ਜਿਹੜਾ ਪਿਛਲੇ ਟਾਈਮ ਦੇ ਵਿੱਚ ਇੱਕ ਆਉਂਦੇ ਹੁੰਦੇ ਸੀਗੇ
ਕਿ ਉਹ ਕੁਝ ਕਿਸੇ ਚੀਜ਼ ਦੇ ਨਾਲ ਨਾ ਕੁਝ ਵੀ ਬਣਾ ਕੇ ਸ਼ੇਪ ਦੇ ਰਹਿੰਦੇ ਹੁੰਦੇ ਸੀ। ਅੱਜ ਕੱਲ ਦੇ ਟਾਈਮ ਤੇ ਤਾਂ ਨਹੀਂ ਉਹ ਹੁੰਦੀ, ਠੀਕ ਹੈ। ਮਤਲਬ ਉਹਦੇ ਨਾਲ ਕੋਈ ਕਿਸੇ ਬਰਡ ਦੀ ਬਣਾਤੀ ਸ਼ੇਪ ਬਣਾਤੀ, ਠੀਕ ਹੈ, ਜਾਂ ਕਿਸੇ ਐਨੀਮਲ ਦੀ ਸ਼ੇਪ ਬਣਾਤੀ, ਬੱਚਿਆਂ ਨੂੰ ਉਹ ਦੇ ਰਹਿੰਦੇ ਹੁੰਦੇ ਸੀਗੇ ਉਹਨਾਂ ਨੂੰ। ਜਾਂ ਛਾਬੜੀ ਵਾਲਾ ਆਂਦਾ ਹੈ, ਹੋਕਾ ਦਿੰਦਾ ਹੈ, ਉਹਦੇ ਕੋਲ ਮਤਲਬ ਹਰ ਇੱਕ ਪਰਸਨ ਕੋਲੋਂ ਤੁਸੀਂ ਬੋਲੀ ਸਿੱਖ ਸਕਦੇ ਹੋ। ਲਫ਼ਜ਼ਾਂ ਦੀ ਭੁੱਖ ਪੈਦਾ ਕਰੋ। ਭੁੱਖ ਪਤਾ ਮਤਲਬ ਤੁਹਾਡੀ ਵੋਕੈਬਲਰੀ ਵਿੱਚ ਵਾਧਾ ਹੋਣਾ ਚਾਹੀਦਾ ਹੈ, ਠੀਕ ਹੈ। ਇਉਂ ਟੱਪੇ ਕੋਈ ਦਿਲ ਰੰਗਿਆ ਲਫ਼ਜ਼ ਸੁਣ ਕੇ, ਜਿਉਂ ਤਿਤਲੀ ਟੱਪਦੀ ਹੈ ਰਾਂਗਲੇ ਫੁੱਲ ਵੇਖ ਕੇ। ਲਫ਼ਜ਼ ਆਪਣੇ ਆਪ ਵਿੱਚ ਦੌਲਤ ਨਹੀਂ, ਜਿਸ ਤਰ੍ਹਾਂ ਕਿਸੇ ਸਿੱਕੇ ਉੱਤੇ ਲੱਗੀ ਮੋਹਰ ਆਪ ਦੌਲਤ ਨਹੀਂ, ਸਿਰਫ ਕਿਸੇ ਦੌਲਤ ਦੀ ਮੌਤ ਦੀ ਮੁਹਤਬਰ ਨਿਸ਼ਾਨੀ ਹੈ। ਉਸੇ ਤਰ੍ਹਾਂ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਨੇ। ਜੇ ਦਿਲ ਵਿੱਚ ਦੋਸਤੀਆਂ, ਪਿਆਰਾਂ, ਕੁਰਬਾਨੀਆਂ, ਗੀਤਾਂ, ਕਹਾਣੀਆਂ, ਹੰਝੂਆਂ, ਹਾਸਿਆਂ ਤੇ ਕੁਦਰਤ ਦੀ ਸ਼ੋਹਾਂ ਦੀ ਦੌਲਤ ਅਮੁੱਕ ਹੈ, ਤਾਂ ਮਨੁੱਖੀ ਕੁੱਖ ਵਿੱਚ ਕਿਹੜਾ ਜੰਮਿਆ ਹੈ ਜਿਹੜਾ ਜੱਫੀਆਂ ਪਾਉਂਦੇ ਲਫ਼ਜ਼ ਵੀ ਛਣ ਛਣ ਤੋਂ ਨਿਸ਼ਾਵਰ ਹੋਣੋਂ ਰੁਕ ਸਕੇ। ਮਤਲਬ ਇਹਦੇ ਵਿੱਚ ਹੁਣ ਕੀ ਕਿਹਾ ਹੈ ਕਿ ਲਫ਼ਜ਼ ਆਪਣੇ ਆਪ ਵਿੱਚ ਦੌਲਤ ਨਹੀਂ ਹਨ, ਦੌਲਤ ਸਾਨੂੰ ਖੁਦ ਕਮਾਣੀ ਪੈਂਦੀ ਹੈ। ਤੇ ਸਾਡੇ ਲਫ਼ਜ਼ ਵਧੀਆ ਹੋਣਗੇ ਤਾਂ ਅਸੀਂ ਦੂਜਿਆਂ ਨਾਲ ਉਸੇ ਤਰ੍ਹਾਂ ਦਾ ਹੀ ਵਰਤਾਵਾ ਕਰਾਂਗੇ, ਠੀਕ ਹੈ। ਤੇ ਜੇ ਸਾਡੇ ਦਿਲ ਵਿੱਚ ਕੋਈ ਜਜ਼ਬਾ ਹੈ, ਜਿਸ ਤਰ੍ਹਾਂ ਇਹਨਾਂ ਦੱਸਿਆ ਦੋਸਤੀ, ਪਿਆਰ, ਕੁਰਬਾਨੀ ਦਾ, ਗੀਤਾਂ ਦਾ, ਕਹਾਣੀਆਂ ਦਾ, ਹੰਝੂਆਂ ਦਾ, ਠੀਕ ਹੈ, ਜੇ ਉਹ ਦੌਲਤ ਸਾਡੀ ਅਮੁੱਕ ਹੈ, ਕਦੇ ਨਹੀਂ ਮੁੱਕਣ ਵਾਲੀ, ਰਾਈਟ, ਉਹ ਹਮੇਸ਼ਾ ਆਪਾਂ ਬੋਲੀ ਵਿੱਚ ਹੀ ਵਿਅਕਤ ਕਰਦੇ ਹਾਂ। ਕਲੀਅਰ ਹੈ ਜੀ ਚੈਪਟਰ? ਥੋੜਾ ਜਿਹਾ ਇਹਦੇ ਵਿੱਚ ਜਿਹੜੀਆਂ ਲਾਈਨਸ ਨੇ ਥੋੜੀਆਂ ਬਹੁਤੀਆਂ ਟਫ ਨੇ, ਪਰ ਉਹਦਾ ਕਹਿਣ ਦਾ ਇੱਕੋ ਹੀ ਮਤਲਬ ਹੈ ਲੇਖਕ ਦਾ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਵਰਡਸ ਨੇ ਉਹਨਾਂ ਨੂੰ ਚੰਗੀ ਚੰਗੀ ਜਿਹੜੀ ਹਨ ਤਰ੍ਹਾਂ ਜਿਹੜੇ ਹਨ ਰੱਖਣੇ ਚਾਹੀਦੇ ਨੇ। ਆਪਣੀ ਸ਼ਬਦਾਵਲੀ ਵਿੱਚ ਐਦਾਂ ਦੇ ਵਰਡਸ ਜੋੜਨੇ ਚਾਹੀਦੇ ਨੇ ਜਿਵੇਂ ਮੀਨਿੰਗ ਵਾਲੇ ਹੋਣ ਤੇ ਅਗਲਿਆਂ ਨੂੰ ਦੁੱਖ ਪਹੁੰਚਾਉਣ ਵਾਲੇ ਨਾ ਹੋਣ, ਠੀਕ ਹੈ। ਰੀਡ ਕਰ ਲਓ, ਕਿਸੇ ਨੂੰ ਕੋਈ ਲਾਈਨ ਨਾ ਸਮਝ ਲੱਗੀ ਹੋਏ ਤਾਂ ਪੁੱਛ ਲਓ। शॉर्ट क्वेश्चंस मैं ਤੁਹਾਨੂੰ ਸੈਂਡ ਕਰ ਦਵਾਂਗੀ ਗਰੁੱਪ ਵਿੱਚ। ਦਿੱਤੇ ਕਹਿ ਰਿਹਾ ਹੈ ਸਿਲੇਬਸ ਸੈਂਡ ਕਰ ਦੂੰਗਾ, ਸਿਲੇਬਸ ਵੀ ਸੈਂਡ ਕਰ ਦਵਾਂਗੀ ਦਿੱਤੇ, ਠੀਕ ਹੈ। और ये साडे सिलेबस का लास्ट चैप्टर है बेटा, ठीक है। उस तो बाद में सिर्फ साडे पत्तर रह गए ने या एक अनडिठी काप टुकड़ी रह गई है, वो भी आपां कर लवांगे। क्लियर है? पत्तर दा तुसीं सिर्फ फॉर्मेट लिख लियो अपनी कॉपी उत्ते, फेयर कॉपी ते, राइट। और काप टुकड़ी भी एक बारी आपां कर जरूर लवांगे, ठीक है। और लिटरेचर विचों दी दिस इज आवर लास्ट लेसन फॉर PT1, ठीक है। ਇਹਨੂੰ ਜਦ ਤੁਸੀਂ ਆਪਣੀ ਫੇਅਰ ਕਾਪੀ ਤੇ ਲਿਖ ਲੋਗੇ, ਉਸ ਤੋਂ ਬਾਅਦ ਵਿੱਚ ਮੈਂ ਤੁਹਾਡੇ ਕੋਲੋਂ ਫਾਈਨਲ ਚੈਕਿੰਗ ਲਈ ਕਾਪੀ ਮੰਗਵਾਵਾਂਗੀ। ਸੋ ਮੀਨ ਦਾ ਟਾਈਮ ਆਪਣੀ ਕਾਪੀ ਜਿਹੜੀ ਹੈ ਉਹ ਕੰਪਲੀਟ ਕਰਨੀ ਸ਼ੁਰੂ ਕਰ ਦਿਓ। ਫਰਸਟ ਔਰ ਸੈਕਿੰਡ ਚੈਪਟਰ ਆਲਮੋਸਟ ਸਭ ਦਾ ਚੈੱਕ ਹੈ, ਮਾਧਵ ਦਾ ਫਰਸਟ ਔਰ ਸੈਕਿੰਡ ਚੈਪਟਰ ਚੈੱਕ ਨਹੀਂ ਹੈ, ਠੀਕ ਹੈ, ਬਾਕੀ ਸਭ ਦਾ ਚੈੱਕ ਹੈ। ਔਰ ਤੁਸੀਂ ਫਰਸਟ ਔਰ ਸੈਕਿੰਡ ਚੈਪਟਰ ਮੈਨੂੰ ਨਹੀਂ ਭੇਜੋਗੇ, ਜਿਹੜਾ ਚੈੱਕ ਹੋ ਕਾਫੀ ਬੱਚਿਆਂ ਨੇ ਕੋਈ ਚੈਪਟਰ ਵੀ ਚੈੱਕ ਕਰਾ ਲਿਆ ਹੈ, ठीक है। तो चलिए क्वेश्चन आंसर से पहला देखो है ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ, ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ? ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ, ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ? ਐਨੀਵਨ? ਕਿੱਦਾਂ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ? ਯੈਸ ਰੂਹਾਨੀ। मैम बोली मनुख दी आत्मा ਦਾ ਚਿੱਤਰ ਹੈ, ਇਸ ਤੋਂ ਲੇਖਕ ਦਾ ਇਹ ਭਾਵ ਹੈ ਕਿ ਜਿਹੜੀ ਸਾਡੀ ਬੋਲੀ ਹੈ ਉਸ ਤੋਂ ਸਾਡੀ ਆਤਮਾ ਦਾ ਵਧੀਆ ਜਾਂ ਘਟੀਆ ਹੋਣਾ ਪਤਾ ਲੱਗ ਜਾਂਦਾ ਹੈ। ਭਾਵ ਕਿ ਇਹ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿਹੋ ਜਿਹੇ ਮਨੁੱਖ ਹਾਂ ਜਾਂ ਫਿਰ ਦੂਸਰਾ ਬੰਦਾ ਉਹ ਕਿਹੋ ਜਿਹਾ ਹੈ ਅਤੇ ਦੂਸਰਾ ਬੰਦਾ ਕਿਹੋ ਜਿਹਾ ਹੈ ਅਤੇ ਹੋਰ ਵੀ ਉਸਦੀ ਗੱਲ ਕਰਨ ਦੇ ਢੰਗ ਤੋਂ ਉਸਦੇ ਕਾਫੀ ਸਾਰੀ ਚੀਜ਼ਾਂ ਬਾਰੇ ਪਤਾ ਲੱਗ ਜਾਂਦਾ ਹੈ। ठीक है, गुड, राइट। कि बोली मनुख दी आत्मा का चित्र है कितना? देखो उन्होंने फर्स्ट पैरे विच लिखा ना कि जिहड़ा मूंह है साडा फेस है वो मनुख दे शरीर का चित्र है, मतलब कि आपां फेस तो जज कर लेने, पर बोली जिहड़ी है मनुख दी आत्मा का चित्र है। मतलब जे इंसान किदां दा बोलदा है सानू उहदी शख्सियत दा पता लग जांदा है, बोली तो उहदे लफ्ज़ां तो मनुख दी शख्सियत दा पता लग जांदा है। इसलिए आपां बोली नूं की कहंदे हां, आत्मा का चित्र कहंदे हां, ठीक है। ਇਹਦੇ ਤੋਂ ਹੀ ਆਤਮਾ ਦੇ ਵਧੀਆ ਜਾਂ ਘਟੀਆ ਹੋਣ ਬਾਰੇ ਪਤਾ ਲੱਗਦਾ ਹੈ। ਕਲੀਅਰ? ਕਿ ਜਦੋਂ ਮਨੁੱਖ ਜਿਹੜਾ ਅਣਬੋਲਿਆ ਮਨੁੱਖ ਹੁੰਦਾ ਹੈ ਉਹਦੇ ਹਾਵ ਭਾਵਾਂ ਬਾਰੇ ਪਤਾ ਲੱਗਦਾ ਹੈ, ਜਿਹੜਾ ਬੋਲਦਾ ਹੈ ਮਨੁੱਖ ਉਹਦੇ ਹਾਵ ਭਾਵਾਂ ਬਾਰੇ
ਪਤਾ ਲੱਗਦਾ ਹੈ, ਠੀਕ ਹੈ, ਕਿ ਉਹਦੇ ਅੰਦਰ ਆਪਾਂ ਝਾਤੀ ਮਾਰ ਕੇ ਦੇਖ ਸਕਦੇ ਹਾਂ ਕਿ ਮਨੁੱਖ ਦੀ ਸ਼ਖਸੀਅਤ ਕਿਹੋ ਜਿਹੀ ਹੈ। ਫਸਟ ਕੁਐਸਚਨ ਕਲੀਅਰ ਹੈ? ਫਸਟ ਕੁਐਸਚਨ। ਸੈਕਿੰਡ ਕੁਐਸਚਨ ਦੇਖੋ, ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂ? ਇਹ ਆਂਸਰ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂ? ਹਾਂਜੀ ਕ੍ਰਿਤਿਕਾ। ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਇਸ ਕਰਕੇ ਦੇਣਾ ਚਾਹੀਦਾ ਹੈ ਕਿਉਂਕਿ ਬਚਪਨ ਵਿੱਚ ਉਹਨਾਂ ਦੇ ਮਨ ਉੱਤੇ ਜੋ ਲਫ਼ਜ਼ ਉਹਨਾਂ ਨੂੰ ਕਦੇ ਭੁੱਲਦੇ ਨਹੀਂ ਤੇ ਇਹ ਸਾਰੀ ਉਮਰ ਉਹਨਾਂ ਦੇ ਮੋਹਰਾਂ ਵਾਂਗ ਕੰਮ ਆਉਂਦੇ ਹਨ। ਇਸ ਕਰਕੇ ਉਹਨਾਂ ਦੀ ਬੋਲੀ ਵਿੱਚ ਸ਼ਬਦਾਂ ਨਾਲ ਲਗਾਤਾਰ ਵਾਧਾ ਕਰਦੇ ਰਹਿਣਾ ਚਾਹੀਦਾ ਹੈ। ਜਿਹੜੇ ਵੱਡੇ ਅਜਿਹਾ ਨਹੀਂ ਕਰਦੇ ਤੇ ਬੱਚਿਆਂ ਨੂੰ ਜਿਵੇਂ ਪਲਦੇ ਰੁਲਦੇ ਰਹਿਣ ਦਿੰਦੇ ਹਨ, ਉਹਨਾਂ ਦੀ ਆਪਣੀ ਦੁਨੀਆ ਵੀ ਦਿਨੋ ਦਿਨ ਕੰਗਾਲ ਹੁੰਦੀ ਜਾਂਦੀ ਹੈ। ਵੈਰੀ ਗੁੱਡ, ਰਾਈਟ ਬੇਟਾ। ਦੇਖੋ ਕਿ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਕਿਉਂ ਦੇਣਾ ਚਾਹੀਦਾ ਹੈ? ਕਿਉਂਕਿ ਦੇਖੋ ਆਪਾਂ ਆਪਣੀ ਪਰਸਨਲ ਲਾਈਫ ਵੀ ਤਾਂ ਦੱਸੀ ਨਾ, ਮੈਂ ਵੀ ਤੁਹਾਨੂੰ ਦੱਸਿਆ ਕਿ ਜਿੱਦਾਂ ਆਪਾਂ ਬੱਚਿਆਂ ਦੇ ਨਾਲ ਬੋਲਾਂਗੇ ਬੱਚੇ ਵੀ ਉਦਾਂ ਦੇ ਹੀ ਲਫ਼ਜ਼ ਬੋਲੂਗੇ। ਇਸ ਲਈ ਸਾਡਾ ਇਹ ਵੱਡਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਈਏ, ਉਹਨਾਂ ਦੀ ਬੋਲੀ ਨੂੰ ਨਿਖਾਰੀਏ, ਉਹਨਾਂ ਦੀ ਬੋਲੀ ਨੂੰ ਸੰਵਾਰੀਏ, ਠੀਕ ਹੈ। ਤੇ ਜੇ ਵੱਡੇ ਏਦਾਂ ਨਹੀਂ ਕਰਦੇ ਤਾਂ ਆਪਣੀ ਹੀ ਲਾਈਫ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਧੋਖਾ ਕਰਦੇ ਨੇ। ਮਤਲਬ ਉਹ ਬੱਚਿਆਂ ਨੂੰ ਰੁਲੀ ਜਾਣ ਦੇ ਰਹੇ ਨੇ, ਪਲੀ ਜਾਣ ਦੇ ਰਹੇ ਨੇ ਕਿ ਕੋਈ ਨਹੀਂ ਬੱਚਾ ਆਪਣੇ ਆਪ ਹੀ ਪੜ੍ਹ ਲਵੇਗਾ, ਆਪਣੇ ਆਪ ਹੀ ਲਿਖ ਲਵੇਗਾ। ਏਦਾਂ ਨਹੀਂ ਹੁੰਦਾ। ਛੋਟੇ ਬੱਚੇ ਨੂੰ ਤੁਸੀਂ ਜਿੰਨਾ ਮਰਜ਼ੀ ਜਿੰਨਾ ਪੋਲਿਸ਼ ਕਰੋਗੇ, ਬੱਚੇ ਦੀ ਉਨੀ ਪਰਸਨੈਲਿਟੀ ਡਿਵੈਲਪ ਹੋਵੇਗੀ। ਕਲੀਅਰ ਹੈ? ਸੈਕਿੰਡ ਕੁਐਸਚਨ ਕਲੀਅਰ ਬੇਟਾ? ਐਨੀ ਡਾਊਟ? ਸੈਕਿੰਡ ਕੁਐਸਚਨ ਡਨ? ਓਕੇ ਗੁੱਡ। ਥਰਡ ਕੁਐਸਚਨ ਹੈ, ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ? ਮਤਲਬ ਹੁਣ ਤੁਸੀਂ ਡੇਲੀ ਬੋਲਦੇ ਹੋ, ਇਹਦੇ ਵਿੱਚ ਬੋਲੀ ਦਾ ਮਹੱਤਵ ਕੀ ਹੈ, ਕੀ ਇੰਪੋਰਟੈਂਸ ਕੀ ਹੈ ਬੋਲੀ ਦੀ? ਇਹ ਤਾਂ ਤੁਸੀਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਲਿਖ ਕੇ ਦੱਸ ਸਕਦੇ ਹੋ, ਜ਼ਰੂਰੀ ਨਹੀਂ ਕਿ ਆਪਾਂ ਬੁੱਕ ਦੀ ਲੈਂਗੁਏਜ ਲਿਖਣੀ ਹੈ। ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ? ਕੀ ਮਹੱਤਵ ਹੈ? ਦੇਖੋ ਹੁਣ ਆਪਾਂ ਡੇਲੀ ਬੋਲਦੇ ਹਾਂ, ਠੀਕ ਹੈ। ਜੇ ਅਸੀਂ ਕਿਸੇ ਦੇ ਨਾਲ ਚੰਗਾ ਬੋਲਾਂਗੇ ਤਾਂ ਆਦਮੀ ਸਾਡਾ ਜਿਹੜਾ ਹੈ ਉਹ ਆਦਰ ਸਤਿਕਾਰ ਕਰੇਗਾ। ਜੇ ਅਸੀਂ ਕਿਸੇ ਦੇ ਨਾਲ ਮਾੜਾ ਬੋਲਾਂਗੇ ਤਾਂ ਉਹ ਆਦਮੀ ਸਾਡੇ ਨਾਲ ਸਤਿਕਾਰ ਦੀ ਭਾਵਨਾ ਨਹੀਂ ਰੱਖੇਗਾ। ਠੀਕ ਹੈ। ਤਨੁਸ਼ਕਾ ਨੇ ਆਂਸਰ ਦਿੱਤਾ ਹੈ ਕਿ ਬੋਲੀ ਸਾਨੂੰ ਲੋਕਾਂ ਨਾਲ ਜੋੜ ਕੇ ਰੱਖਦੀ ਹੈ। ਵੈਰੀ ਗੁੱਡ, ਠੀਕ ਹੈ। ਬੋਲੀ ਕੀ ਹੈ? ਸਾਨੂੰ ਲੋਕਾਂ ਦੇ ਨਾਲ ਜੋੜ ਕੇ ਰੱਖਦੀ ਹੈ। ਬੋਲੀ ਜਿੱਦਾਂ ਦੀ ਸਾਡੀ ਬੋਲੀ ਹੋਏਗੀ, ਸਾਡੀ ਬੋਲੀ ਚੰਗੀ ਹੈ ਤਾਂ ਸਾਡੇ ਜਿਹੜੇ ਮਿੱਤਰ ਹਨ ਉਹ ਵਧੇਰੇ ਗਿਣਤੀ ਵਿੱਚ ਹੋਣਗੇ। ਤੇ ਸਾਡੀ ਬੋਲੀ ਚੰਗੀ ਨਹੀਂ ਹੈ ਤਾਂ ਸਾਨੂੰ ਕੋਈ ਵੀ ਪਸੰਦ ਨਹੀਂ ਕਰੇਗਾ, ਆਪਾਂ ਇਕੱਲੇ ਇਕੱਲੇ ਰਵਾਂਗੇ, ਠੀਕ ਹੈ। ਇਸ ਲਈ ਸਾਨੂੰ ਆਪਣੀ ਬੋਲੀ ਜਿਹੜੀ ਹੈ ਉਹਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ। ਬੋਲੀ ਦੀਆਂ ਮੋਹਰਾਂ ਜਿਹੜੀਆਂ ਹਨ ਉਹ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਹਨ, ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ, ਲਫ਼ਜ਼ਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਤੇ ਚੰਗੇ ਲਫ਼ਜ਼ਾਂ ਨੂੰ ਵੰਡਣਾ ਚਾਹੀਦਾ ਹੈ, ਠੀਕ ਹੈ। ਤੇ ਇਸੇ ਤਰ੍ਹਾਂ ਹੀ ਬੋਲੀ ਜਿਹੜੀ ਹੈ ਉਹ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ, ਕਿਉਂਕਿ ਬੋਲੀ ਦੇ ਨਾਲ ਹੀ ਬੰਦੇ ਦੀ ਅਗੇਨ ਉਹੀ ਵਾਲੀ ਲਾਈਨ, ਬੰਦੇ ਦੀ ਸ਼ਖਸੀਅਤ ਜਿਹੜੀ ਹੈ ਉਹ ਸਾਫ਼ ਝਲਕਦੀ ਹੈ ਕਿ ਬੰਦਾ ਕਿਸ ਤਰ੍ਹਾਂ ਦਾ ਹੈ। ਕਲੀਅਰ ਹੈ? ਥਰਡ ਕੁਐਸਚਨ ਡਨ? ਗੋ ਥਰੂ ਹੋ ਜਿਓ, ਨਹੀਂ ਸਮਝ ਲੱਗੇਗੀ ਤਾਂ ਮੈਨੂੰ ਪੁੱਛ ਜ਼ਰੂਰ ਲਿਓ, ਠੀਕ ਹੈ। ਨੈਕਸਟ ਹੈ ਸਾਡੇ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਨੇ, ਕਥਨ ਦੀ ਵਿਆਖਿਆ ਕਰੋ। ਲਫ਼ਜ਼ ਵੀ ਦਿਲ ਦੀਆਂ ਮੋਹਰਾਂ ਹੁੰਦੇ ਨੇ, ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਨੇ। ਕਿੱਦਾਂ? ਲਫ਼ਜ਼ ਕਿੱਦਾਂ ਸਾਡੇ ਦਿਲ ਦੀਆਂ ਦੌਲਤ ਦੀਆਂ ਮੋਹਰਾਂ ਹੁੰਦੇ ਨੇ? ਐਨੀਵਨ? ਹਾਂਜੀ ਤਨੁਸ਼ਕਾ। ਗੁੱਡ ਮਾਰਨਿੰਗ ਮੈਮ। ਹਾਂਜੀ ਗੁੱਡ ਮਾਰਨਿੰਗ। ਲਫ਼ਜ਼ ਸਾਡੇ ਦਿਲ ਦੀਆਂ ਮੋਹਰਾਂ ਹੁੰਦੇ ਹਨ ਇਸ ਕਰਕੇ ਕਿ ਜਿਹੜੇ ਲਫ਼ਜ਼ ਅਸੀਂ ਬੋਲ ਦਿੰਦੇ ਹਾਂ ਉਹ ਕਦੀ ਵਾਪਸ ਨਹੀਂ ਆਉਂਦੇ ਤੇ ਸਾਡੇ ਮਿੱਠੇ ਲਫ਼ਜ਼ ਹੀ ਸਾਨੂੰ ਲੋਕਾਂ ਨਾਲ ਜੋੜ ਕੇ ਰੱਖਦੇ ਹਨ, ਸਾਡੀ ਚੰਗਿਆਈ ਦਿਖਾਉਂਦੇ ਹਨ। ਤੇ ਜਿਹੜਾ ਬੰਦਾ ਬੁਰੇ ਲਫ਼ਜ਼ ਬੋਲਦਾ ਹੈ ਉਹਨੂੰ ਕਦੇ ਵੀ ਜ਼ਿੰਦਗੀ 'ਚ ਇੱਜ਼ਤ ਨਹੀਂ ਮਿਲਦੀ ਤੇ ਕੋਈ ਵੀ ਉਹਨੂੰ ਪਸੰਦ ਨਹੀਂ ਕਰਦਾ ਹੈ। ਵੈਰੀ ਗੁੱਡ। ਯੈਸ ਅਰਸ਼ੀਨ। ਅਰਸ਼ੀਨ ਸੇਮ ਕੁਐਸਚਨ ਬੇਟਾ। ਯੈਸ ਮੈਮ। ਲਫ਼ਜ਼ ਦਿਲ ਦੀ ਦੌਲਤ ਦੀਆਂ ਮੋਹਰਾਂ ਹੁੰਦੇ ਹਨ ਕਿਉਂਕਿ ਜੇਕਰ ਦਿਲ ਵਿੱਚ ਦੋਸਤੀਆਂ, ਪਿਆਰ, ਕੁਰਬਾਨੀਆਂ, ਗੀਤਾਂ,
ਕਹਾਣੀਆਂ, ਹੰਝੂਆਂ, ਹਾਸਿਆਂ ਤੇ ਕੁਦਰਤ ਦੀਆਂ ਛੋਹਾਂ ਦੀ ਇਹ ਅਣਮੁੱਖ ਦੌਲਤ ਹੈ ਤਾਂ ਇਸ ਨੂੰ ਬੜਾ ਵਰਗੇ ਹੀ ਹੁੰਦੇ ਹਨ। ਠੀਕ ਹੈ, ਗੁੱਡ। ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੋਹਰਾਂ ਨੇ। ਕਿਉਂਕਿ ਦੇਖੋ, ਜੇ ਆਪਾਂ ਕਿਸੇ ਨਾਲ ਚੰਗਾ ਬੋਲਦੇ ਹਾਂ, ਜਿਸ ਤਰ੍ਹਾਂ ਤਨੁਸ਼ਕਾ ਨੇ ਵੀ ਆਂਸਰ ਦਿੱਤਾ, ਜੇ ਆਪਾਂ ਕਿਸੇ ਨਾਲ ਚੰਗਾ ਬੋਲਦੇ ਹਾਂ ਤਾਂ ਸਾਡੇ ਦਿਲ ਵਿੱਚ ਬੰਦਾ ਉਤਰ ਜਾਂਦਾ ਨਾ, ਮਤਲਬ ਤੁਸੀਂ ਉਸਨੂੰ ਪਸੰਦ ਕਰਨ ਲੱਗ ਪੈਂਦੇ ਹੋ। ਜੇ ਬੰਦਾ ਤੁਹਾਡੇ ਨਾਲ ਬੜਾ ਰੂਡ ਨਹੀਂ ਬੋਲ ਰਿਹਾ ਹੈ, ਤੁਹਾਡੇ ਨਾਲ ਸੋਹਣੇ ਬੋਲ ਨਹੀਂ ਬੋਲ ਰਿਹਾ, ਤਾਂ ਤੁਸੀਂ ਉਹ ਬੰਦੇ ਨੂੰ ਕਦੀ ਵੀ ਦਿਲ ਤੋਂ ਨਹੀਂ ਅਪਣਾਉਂਦੇ। ਠੀਕ ਹੈ, ਤੇ ਇਸ ਲਈ ਦਿਲ ਦੀਆਂ ਮੋਹਰਾਂ ਹੁੰਦੇ ਨੇ ਕਿ ਜਦੋਂ ਆਪਾਂ ਕਿਸੇ ਦੇ ਨਾਲ ਬੋਲਦੇ ਹਾਂ, ਸਾਨੂੰ ਆਪਣੇ ਲਫ਼ਜ਼ਾਂ ਨੂੰ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ, ਔਰ ਲਫ਼ਜ਼ਾਂ ਨੂੰ ਜਿੱਥੋਂ ਮਰਜ਼ੀ ਸਿੱਖਿਆ ਜਾ ਸਕਦਾ ਹੈ। ਠੀਕ ਹੈ, ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਤੁਸੀਂ ਲਫ਼ਜ਼ਾਂ ਨੂੰ ਸਿੱਖ ਸਕਦੇ ਹੋ। ਮਤਲਬ ਕਿ ਤੁਸੀਂ ਦੌਲਤ ਕਾਹਦੀ ਇਕੱਠੀ ਕਰਨੀ ਹੈ? ਲਫ਼ਜ਼ਾਂ ਦੀ ਇਕੱਠੀ ਕਰਨੀ ਹੈ। ਤੇ ਮੋਹਰਾਂ ਕੀ ਹੋਣਗੇ? ਬੋਲੀ ਕੀ ਹੈ? ਦੌਲਤ ਹੈ। ਲਫ਼ਜ਼ ਕੀ ਹੈ? ਮੋਹਰਾਂ ਨੇ। ਜਿੰਨੀਆਂ ਤੁਸੀਂ ਮੋਹਰਾਂ ਇਕੱਠੀਆਂ ਕਰੀ ਜਾਓਗੇ, ਤੁਹਾਡੀ ਬੋਲੀ ਦਾ ਖਜ਼ਾਨਾ ਓਨਾ ਹੀ ਵੱਧਦਾ ਜਾਵੇਗਾ। ਠੀਕ ਹੈ, ਨੈਕਸਟ, ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ, ਕਥਨ ਦੀ ਪੁਸ਼ਟੀ ਕਰੋ। ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ, ਕਥਨ ਦੀ ਪੁਸ਼ਟੀ ਕਰੋ। ਕਿੱਦਾਂ ਚੁਣਦੀ ਹੈ ਬੋਲੀ? ਆਪਣੇ ਲਫ਼ਜ਼ ਆਪੇ ਕਿੱਦਾਂ ਚੁਣਦੀ ਹੈ? ਯੈਸ ਕ੍ਰਿਤਿਕਾ। ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ। ਬੋਲੀ ਵਿੱਚ ਸਮਾਇਆ ਹਰ ਇੱਕ ਸ਼ਬਦ ਕਿਸੇ ਤਜਰਬੇ ਦਾ ਹਿੱਸਾ ਅਤੇ ਹਰ ਇੱਕ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ। ਤਜਰਬੇ ਤੇ ਅਕਲ ਹੀ ਜ਼ਿੰਦਗੀ ਵਿੱਚੋਂ ਅਮੀਰੀ ਹੈ, ਜਿਸ ਵਿੱਚ ਬੋਲੀ ਨੇ ਸ਼ਬਦ ਚੁਣੇ ਹੁੰਦੇ ਹਨ ਤੇ ਆਪਣੇ ਆਪ ਨੂੰ ਭਰਪੂਰ ਕੀਤਾ ਹੁੰਦਾ ਹੈ। ਠੀਕ ਹੈ, ਗੁੱਡ, ਰਾਈਟ। ਕਿ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਕਿੱਦਾਂ ਚੁਣਦੀ ਹੈ? ਕਿਉਂਕਿ ਦੇਖੋ, ਆਪਾਂ ਕਿਹਾ ਕਿ ਜਿੰਨਾ ਵੀ ਸਾਡਾ ਤਜਰਬਾ ਹੁੰਦਾ ਹੈ, ਠੀਕ ਹੈ, ਤਜਰਬਾ ਕੀ ਹੈ? ਸਾਡੀ ਦੌਲਤ, ਰਾਈਟ। ਤੇ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਦੀ ਆਪਣੇ ਲਫ਼ਜ਼ ਇਸ ਤਰ੍ਹਾਂ ਚੁਣਦੀ ਹੈ, ਕਿਉਂਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਲਫ਼ਜ਼ ਹਨ, ਉਹਨਾਂ ਦਾ ਇੱਕ ਭਰਪੂਰ ਖਜ਼ਾਨਾ ਹੋਵੇਗਾ, ਤੇ ਜ਼ਿੰਦਗੀ ਵਿੱਚੋਂ ਦੀ ਅਸੀਂ ਆਪਣੇ ਲਫ਼ਜ਼ ਆਪੇ ਹੀ ਚੁਣ ਸਕਦੇ ਹਾਂ। ਮਤਲਬ ਕਿ ਜੇ ਅਸੀਂ ਕਿਸੇ ਦੇ ਨਾਲ ਵਧੀਆ ਬੋਲਦੇ ਹਾਂ ਤੇ ਸਾਡੀ ਜਿਹੜੀ ਅਮੀਰੀ ਹੈ ਉਹ ਚੱਲ ਜਾਏਗੀ। ਅਮੀਰੀ ਇੱਥੋਂ ਨਹੀਂ ਕਿ ਸਾਡੇ ਕੋਲ ਪੈਸਾ ਹੋਵੇਗਾ, ਅਮੀਰੀ ਇੱਥੋਂ ਕਿ ਸਾਡੇ ਬੋਲ ਕਿੰਨੇ ਕੁ ਵਧੀਆ ਹਨ। ਠੀਕ ਹੈ, ਇਹਦੇ ਵਿੱਚ ਤੁਸੀਂ ਇਹ ਵਾਲਾ ਕੁਐਸਚਨ ਲਿਖਣਾ ਹੈ, ਇਹ ਵਾਲਾ ਆਨਸਰ ਲਿਖਣਾ ਹੈ, ਰਾਈਟ। ਕਿ ਬੋਲੀ ਜ਼ਿੰਦਗੀ ਵਿੱਚੋਂ ਹੀ, ਦੇਖੋ ਆਪਾਂ ਇੱਥੇ ਇਹ ਕਹਿਣਾ ਹੈ ਕਿ ਜ਼ਿੰਦਗੀ ਵਿੱਚੋਂ ਹੀ ਆਪਾਂ ਆਪਣੇ ਹਮੇਸ਼ਾ ਲਫ਼ਜ਼ ਚੁਣਦੇ ਹਾਂ। ਠੀਕ ਹੈ, ਆਪਾਂ ਆਮ ਲੋਕਾਂ ਦੇ ਨਾਲ ਕਿੱਦਾਂ ਵਰਤਦੇ ਹਾਂ, ਹੁਣ ਤੁਸੀਂ ਦੂਸਰਿਆਂ ਦੇ ਨਾਲ ਵਰਤਦੇ ਹੋ, ਤੁਹਾਨੂੰ ਕਈ ਵਾਰੀ ਕੁਝ ਨਵੇਂ ਲਫ਼ਜ਼ ਸਿੱਖਣ ਨੂੰ ਮਿਲਦੇ ਨੇ। ਠੀਕ ਹੈ, ਮਤਲਬ ਜਿੱਦਾਂ ਜਿੱਦਾਂ ਆਪਾਂ ਆਪਣੀ ਲਾਈਫ ਵਿੱਚ ਤਜਰਬਾ ਕਰਦੇ ਜਾਵਾਂਗੇ, ਲਾਈਫ ਨੂੰ ਜਿਉਂਦੇ ਜਾਵਾਂਗੇ, ਉਸੇ ਤਰ੍ਹਾਂ ਹੀ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਬੋਲੀ ਜਿਹੜੀ ਹੈ ਉਹਦੇ ਲਫ਼ਜ਼ ਵੱਧਦੇ ਜਾਣਗੇ। ਹੁਣ ਤੁਸੀਂ ਥੋੜਾ ਜਿਹਾ ਏਦਾਂ ਲਿਖ ਸਕਦੇ ਹੋ ਕਿ ਜਿਵੇਂ ਬਚਪਨ ਵਿੱਚ ਬੱਚਾ ਜਿਹੜਾ ਹੈ, ਉਹਦੀ ਬੋਲੀ ਜਿਹੜੀ ਹੈ ਉਹਨੂੰ ਆਪਾਂ ਅਮੀਰ ਕਿੱਦਾਂ ਕਰ ਸਕਦੇ ਹਾਂ? ਉਹਦੇ ਨਾਲ ਚੰਗੀ ਤਰ੍ਹਾਂ ਨਾਲ ਸਮਾਂ ਬਿਤਾ ਕੇ, ਠੀਕ ਹੈ, ਉਹਨੂੰ ਵਧੀਆ ਵਧੀਆ ਲਫ਼ਜ਼ ਸਿਖਾ ਕੇ, ਵਧੀਆ ਵਧੀਆ ਬੋਲੀ ਸਿਖਾ ਕੇ, ਏਦਾਂ ਉਹ ਅੱਗੇ ਤੋਂ ਅੱਗੇ ਜਦੋਂ ਜਾਏਗਾ, ਉਹਦੀ ਜ਼ਿੰਦਗੀ ਵਿੱਚ ਹੋਰ ਵੀ ਜ਼ਿਆਦਾ ਲਫ਼ਜ਼ ਜਿਹੜੇ ਨੇ ਉਹ ਜੁੜਦੇ ਜਾਣਗੇ, ਤੇ ਇਸ ਤਰ੍ਹਾਂ ਉਹ ਅਮੀਰ ਬਣਦਾ ਜਾਏਗਾ। ਕਲੀਅਰ ਹੈ? 6 ਹੈ, ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ? ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ? ਸੇਮ 5th ਦਾ ਹੀ ਆਨਸਰ ਹੈ ਇਹ। ਹਾਂਜੀ ਅਰਸ਼ੀਨ। ਬੋਲੀ ਦਾ ਖਜ਼ਾਨਾ ਸਾਡੇ ਬਚਪਨ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਬਚਪਨ ਵਿੱਚ ਮਨ ਉੱਤੇ ਚਿੱਤਰੇ ਗਏ ਸ਼ਬਦ ਸਾਨੂੰ ਕਦੇ ਵੀ ਨਹੀਂ ਭੁੱਲਦੇ ਅਤੇ ਇਹ ਮੋਹਰਾਂ ਵਾਂਗ ਸਾਡੇ ਕੰਮ ਆਉਂਦੇ ਹਨ, ਤੇ ਅਸੀਂ ਬਚਪਨ ਵਿੱਚ ਤੇ ਅਸੀਂ ਇਹਨਾਂ ਮੋਹਰਾਂ ਨੂੰ ਨਿੱਕੇ ਨਿੱਕੇ ਸਿੱਕਿਆਂ ਵਾਂਗ ਜ਼ਿੰਦਗੀ ਰੂਪੀ ਵਿੱਚ ਅਸੀਂ ਆਪਣੇ ਵਰਤਦੇ ਹਾਂ, ਤੇ ਬਚਪਨ ਦੀ ਅਮੀਰ ਬੋਲੀ ਦਾ ਖਜ਼ਾਨਾ ਹੀ ਸਾਨੂੰ ਜ਼ਿੰਦਗੀ ਵਿੱਚ ਅਮੀਰ ਬਣਾ ਸਕਦਾ ਹੈ। ਠੀਕ ਹੈ, ਕਿ ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ? ਜਿੱਦਾਂ ਆਪਾਂ ਨਿੱਕੇ ਨਿੱਕੇ ਸਿੱਕੇ ਹਨ, ਸਿੱਕਿਆਂ ਰੂਪੀ ਆਪਾਂ ਲਫ਼ਜ਼ਾਂ ਨੂੰ ਚੁਣਦੇ ਹਾਂ, ਉਹਨਾਂ ਨੂੰ ਅੱਗੇ ਅੱਗੇ ਆਪਣੀ ਦੌਲਤ ਵਿੱਚ, ਆਪਣੀ ਬੋਲੀ ਰੂਪੀ ਦੌਲਤ ਵਿੱਚ ਵਾਧਾ ਕਰਦੇ ਜਾਂਦੇ ਹਾਂ, ਉਸੇ ਤਰ੍ਹਾਂ ਹੀ ਜਿਹੜੇ ਹਨ ਉਹ ਖਜ਼ਾਨਾ ਸਾਨੂੰ ਅਮੀਰ ਬਣਾਉਂਦਾ ਰਹਿੰਦਾ ਹੈ। ਠੀਕ ਹੈ, ਆਲਮੋਸਟ 5th ਵਾਲਾ ਆਨਸਰ ਹੀ ਇਹਦੇ ਵਿੱਚ ਆਏਗਾ, ਤੁਸੀਂ ਲਿਖ ਸਕਦੇ ਹੋ। ਲਾਸਟ ਕੁਐਸਚਨ, ਠੀਕ ਹੈ, ਆਪਾਂ ਲਾਸਟ ਕੁਐਸਚਨ ਡਿਸਕਸ ਕਰਕੇ ਹੀ ਜਾਵਾਂਗੇ। ਮਨੁੱਖੀ ਸ਼ਖਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਕੀ ਦੇਣ ਹੈ? ਮਨੁੱਖੀ ਸ਼ਖਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਕੀ ਦੇਣ ਹੈ? ਮਤਲਬ ਤੁਹਾਨੂੰ ਲਾਈਫ ਵਿੱਚ ਐਕਸਪੀਰੀਅੰਸ ਹੁੰਦਾ ਹੈ, ਤੁਹਾਨੂੰ ਮੌਕਾ ਮਿਲਦਾ ਹੈ, ਤਾਂ ਉਹਦੀ ਕੀ ਦੇਣ ਹੈ?
ਤੁਹਾਡੀ ਸ਼ਖਸੀਅਤ ਤੁਹਾਨੂੰ ਬਾਰ-ਬਾਰ ਐਕਸਪੀਰੀਅੰਸ ਹੋ ਰਹੇ ਨੇ, ਉਹਦੇ ਨਾਲ ਤੁਹਾਡੀ ਸ਼ਖਸੀਅਤ ਵਿੱਚ ਕਿੱਦਾਂ ਨਿਖਾਰ ਆਵੇਗਾ, ਕੀ ਅਸਰ ਪਵੇਗਾ? ਐਨੀਵਨ? ਮਨੁੱਖੀ ਸ਼ਖਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਕੀ ਦੇਣ ਹੈ? ਓਕੇ, ਠੀਕ ਹੈ, ਤੁਸੀਂ ਇਹਦੇ ਵਿੱਚ ਬੇਟਾ ਇਹ ਲਿਖੋਗੇ ਕਿ ਮਨੁੱਖੀ ਸ਼ਖਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਬਹੁਤ ਦੇਣ ਹੈ, ਕਿਉਂਕਿ ਜ਼ਿੰਦਗੀ ਵਿੱਚ ਜਿੰਨਾ ਅਸੀਂ ਤਜਰਬਾ ਇਕੱਠਾ ਕਰਦੇ ਜਾਵਾਂਗੇ, ਸਾਡੀ ਜਿਹੜੀ ਜ਼ਿੰਦਗੀ ਹੈ ਓਨੀ ਹੀ ਨਿਖਰਦੀ ਜਾਵੇਗੀ, ਓਨੀ ਹੀ ਸੰਵਰਦੀ ਜਾਵੇਗੀ, ਠੀਕ ਹੈ। ਪਰ ਤਜਰਬਾ ਕੀ ਹੈ? ਤਜਰਬਾ ਸਾਡੀ ਦੌਲਤ ਹੁੰਦਾ ਹੈ, ਤੇ ਇਹ ਦੌਲਤ ਜੇ ਆਪਾਂ ਬਚਪਨ ਵਿੱਚ ਹੀ ਸਾਂਭ ਲਈਏ, ਠੀਕ ਹੈ, ਤੇ ਸਾਡੀ ਜ਼ਿੰਦਗੀ ਸੰਵਰ ਸਕਦੀ ਹੈ। ਕਲੀਅਰ ਹੈ? ਤੇ ਜ਼ਿੰਦਗੀ ਮਨੁੱਖ ਨੂੰ ਤਜਰਬੇ ਦੇ ਮੌਕਿਆਂ ਨੂੰ ਵਧਾਉਣਾ ਚਾਹੀਦਾ ਹੈ। ਦੇਖੋ ਇਹ ਤੁਹਾਡੇ ਪੇਜ ਨੰਬਰ 83 ਤੇ ਲਿਖਿਆ ਹੋਇਆ ਹੈ ਕਿ ਪੜ੍ਹਾਈ ਜਿਹੜੀ ਹੈ ਉਹ ਆਪਣੇ ਆਪ ਵਿੱਚ ਤਜਰਬਾ ਨਹੀਂ ਹੁੰਦੀ। ਤਜਰਬਾ ਹੁੰਦਾ ਕੀ ਹੈ? ਨਿੱਤ ਕਿਸੇ ਦਿਨ ਨੂੰ ਮਿਲਣਾ, ਸਾਡੀਆਂ ਹਾਰਾਂ, ਸਾਡੀਆਂ ਜਿੱਤਾਂ, ਸਾਡੇ ਹਾਸੇ, ਇਹ ਸਭ ਤਜਰਬਾ ਨੇ ਤੇ ਜਿਹੜੇ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਨੇ ਤੇ ਸਾਡੀ ਬੋਲੀ ਨੂੰ ਵੀ ਲਿਸ਼ਕਾਉਂਦੇ ਨੇ, ਠੀਕ ਹੈ। क्वेश्चन 7 ने बच्चे, अगर किसी को कोई भी क्वेश्चन ना समझ लगा होए तो मैंने पूछ जरूर लियो, शॉर्ट क्वेश्चंस मैं ਤੁਹਾਨੂੰ ਭੇਜ ਦਵਾਂਗੀ, ठीक है। शॉर्ट क्वेश्चंस ਦੀ ਅਸਾਈਨਮੈਂਟ ਕ੍ਰਿਤਿਕਾ I will send, ओके। ਥੋੜੇ ਇਹਦੇ ਆਨਸਰ ਜਿਹੜੇ ਨੇ ਉਹ ਤੁਹਾਨੂੰ ਸੋਚ ਸਮਝ ਕੇ ਦੇਣੇ ਪੈਣਗੇ।